ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਜੋਤ ਸਿੰਘ ਆਪਣੇ YouTube ਚੈਨਲ ਟਰੂ ਪ੍ਰਮੋਸ਼ਨ ਤੇ ਸਾਰਿਆਂ ਦਾ ਸਵਾਗਤ ਕਰਦਾ ਹਾਂ। ਅੱਜ ਅਸੀਂ ਇੱਕ ਐਸੀ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਜਿਸ ਸ਼ਖਸੀਅਤ ਨੇ ਪੂਰੀ ਜ਼ਿੰਦਗੀ ਕੀਰਤਨ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਐਸੀ ਵਿਲੱਖਣ ਸ਼ੈਲੀ ਦੇ ਨਾਲ ਸੰਗਤਾਂ ਦੀ ਸੇਵਾ ਕੀਤੀ। ਮੇਰੀ ਮੁਰਾਦ ਭਾਈ ਸਾਹਿਬ ਭਾਈ ਅਜੀਤ ਸਿੰਘ ਜੀ ਜਲੰਧਰ ਵਾਲੇ, ਜਿਹੜੇ ਕਿ ਅੱਜ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਸਰੀਰਕ ਤੌਰ ਤੇ, ਲੇਕਿਨ ਉਹ ਹਮੇਸ਼ਾ ਹੀ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਸੰਗਤਾਂ ਦੇ ਲਈ ਉਹ ਸਾਡੇ ਨਾਲ ਹਮੇਸ਼ਾ ਹੀ ਜੁੜੀਆਂ ਰਹਿਣਗੀਆਂ। ਅੱਜ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਆਏ ਹਾਂ। ਉਹਨਾਂ ਦੇ ਬੇਟੇ ਪਾਸੋਂ ਆਪਾਂ ਭਾਈ ਸਾਹਿਬ ਜੀ ਬਾਰੇ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਕੀਰਤਨ ਸ਼ੈਲੀ ਬਾਰੇ ਅਤੇ ਉਹਨਾਂ ਦੇ ਬੇਟੇ ਦੇ ਜੀਵਨ ਸ਼ੈਲੀ ਬਾਰੇ, ਜੋ ਵੀ ਉਹ ਕੀਰਤਨ ਕਰ ਰਹੇ ਨੇ ਹੁਣ ਉਹਨਾਂ ਦੇ ਰਾਹ ਤੇ, ਉਹਨਾਂ ਬਾਰੇ ਜਾਣਕਾਰੀ ਲਵਾਂਗੇ। ਸੋ ਅਸੀਂ ਸਵਾਗਤ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਜੀ ਬਬਲੂ, ਜਿਹੜੇ ਕਿ ਭਾਈ ਸਾਹਿਬ ਉਹਨਾਂ ਦੇ ਬੇਟੇ ਨੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਬੜਾ ਨੇਕ ਔਰ ਸ਼ਲਾਘਾਯੋਗ ਉਪਰਾਲਾ ਮੇਰੇ ਵੀਰ ਹਰਜੋਤ ਸਿੰਘ ਹੈਪੀ ਉਹਨਾਂ ਦਾ, ਜੋ ਆਪਣੇ ਚੈਨਲ ਟਰੂ ਪ੍ਰਮੋਸ਼ਨ ਦੁਆਰਾ ਜੋ ਅਣਗੌਲੀਆਂ ਸ਼ਖਸੀਅਤਾਂ ਸਿੱਖ ਕੌਮ ਦੀਆਂ, ਜੋ ਜਿਨ੍ਹਾਂ ਨੂੰ ਬਣਦਾ ਜੋ ਨਾਮ ਨਹੀਂ ਮਿਲ ਸਕਿਆ, ਉਹਨਾਂ ਨੂੰ ਅਪਗ੍ਰੇਡ ਕਰ ਰਹੇ ਨੇ। ਉਹਨਾਂ ਨੂੰ ਲੋਕਾਂ ਦੇ ਵਿੱਚ ਬੜੀ ਬਖੂਬੀ ਨਾਲ ਉਹਨਾਂ ਦੀ ਜੀਵਨ ਸ਼ੈਲੀ ਔਰ ਜੋ ਉਹਨਾਂ ਦੀਆਂ ਸੇਵਾਵਾਂ ਕੌਮ ਪ੍ਰਤੀ ਔਰ ਸਿੱਖ ਧਰਮ ਪ੍ਰਤੀ ਨੇ, ਉਹਨਾਂ ਨੂੰ ਉਜਾਗਰ ਕਰਦੇ ਹੋਇਆ ਇਹ ਜੋ ਇੰਟਰਵਿਊਜ਼ ਦਾ ਸਿਲਸਿਲਾ ਹੈ ਜਾਰੀ ਕੀਤਾ ਹੈ। ਔਰ ਮੈਂ ਬੜਾ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ ਜੋ ਅੱਜ ਇਹ ਪੂਰੀ ਟੀਮ, ਵੀਰ ਹਰਜੋਤ ਸਿੰਘ ਔਰ ਟਰੂ ਪ੍ਰਮੋਸ਼ਨ ਦੀ ਪੂਰੀ ਟੀਮ, ਜੋ ਨਾ ਚੀਜ਼ ਨੂੰ ਇਸ ਜੋ ਕਾਬਲ ਸਮਝਿਆ, ਜੋ ਅੱਜ ਆਪਣੇ ਪਿਤਾ ਜੀ ਦੀ ਜੋ ਉਪਲਬਧੀਆਂ ਨੇ ਜਾਂ ਜੋ ਉਹਨਾਂ ਦਾ ਜੀਵਨ ਕਾਲ ਵਿੱਚ ਜੋ ਵਿਚਰਨਾ ਸੀ, ਜੋ ਕੀਰਤਨ ਦੀਆਂ ਸੇਵਾਵਾਂ ਔਰ ਸੰਗਤਾਂ ਦਾ ਪਿਆਰ ਆਪ ਸਭ ਸਮੂਹ ਸੰਗਤਾਂ ਨਾਲ ਸਾਂਝਾ ਕਰ ਸਕਾਂ। ਸੋ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਧੰਨਵਾਦ ਜੀ। ਜੀ ਭਾਈ ਸਾਹਿਬ ਜੀ, ਆਪਾਂ ਗੱਲ ਕਰਾਂਗੇ ਆਪ ਜੀ ਦੇ ਪਿਤਾ ਜੀ ਬਾਰੇ ਕਿ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਉਹ ਇੱਕ ਉਸਤਾਦ ਕੀਰਤਨੀ ਹੈ, ਜਿਨ੍ਹਾਂ ਨੇ ਰਾਗ ਤਾਲ ਨੂੰ ਮਹੱਤ ਦੇ ਕੇ ਕਥਾ ਵਿਚਾਰ ਦੇ ਨਾਲ ਸੰਗਤ ਦੀ ਬਹੁਤ ਲੰਮਾ ਸਮਾਂ ਕੀਰਤਨ ਦੇ ਰੂਪ ਵਿੱਚ ਸੇਵਾ ਕੀਤੀ ਹੈ ਜੀ। ਸੋ ਆਪ ਜੀ ਵੀ ਉਹ ਰਾਹ ਤੇ ਹੋ। ਮੈਂ ਜਾਣਨਾ ਚਾਹਾਂਗਾ ਕਿ ਭਾਈ ਸਾਹਿਬ ਜੀ ਹੋਣਾ ਦਾ ਜਿਹੜਾ ਮੁੱਢਲਾ ਜੀਵਨ ਸੀਗਾ, ਜਿੱਥੋਂ ਤੱਕ ਆਪ ਜੀ ਨੂੰ ਉਹਨਾਂ ਬਾਰੇ ਜਾਣਕਾਰੀ ਹੈ, ਉਹ ਸਾਡੀਆਂ ਸੰਗਤਾਂ ਦੇ ਨਾਲ ਜ਼ਰੂਰ ਤੁਸੀਂ ਸ਼ੇਅਰ ਕਰੋ ਜੀ। ਪਿਤਾ ਜੀ ਭਾਈ ਅਜੀਤ ਸਿੰਘ ਰਾਗੀ ਜਲੰਧਰ ਵਾਲੇ ਕਰਕੇ ਮਸ਼ਹੂਰ ਹੋਏ ਨੇ। ਬਚਪਨ ਕਾਲ ਤੋਂ ਹੀ ਸੰਗੀਤ ਨਾਲ, ਜਿਵੇਂ ਉਹ ਦੱਸਦੇ ਸਨ ਮੈਨੂੰ, ਵੀ ਬਚਪਨ ਤੋਂ ਹੀ ਉਹਨਾਂ ਨੂੰ ਸੰਗੀਤਕ ਧੁਨਾਂ ਗਾਣ ਦਾ, ਸੰਗੀਤਕ ਮਾਹੌਲ ਦੇ ਵਿੱਚ ਰਹਿਣ ਦਾ ਬੜਾ ਸ਼ੌਂਕ ਸੀ। ਉਹਨਾਂ ਨੂੰ ਜੋ ਆਪਣੀ, ਜਿਹਨੂੰ ਆਪਾਂ ਪੌਕਟ ਮਨੀ ਵੀ ਕਹਿੰਦੇ ਆ, ਜਦੋਂ ਵੀ ਮਿਲਦੀ ਸੀ, ਦੋ ਚੀਜ਼ਾਂ ਉਹਨਾਂ ਨੂੰ ਬਹੁਤ ਅਟਰੈਕਟ ਕਰਦੀਆਂ ਸਨ। ਇੱਕ ਮਿਊਜ਼ੀਕਲ ਸਾਜ਼ ਔਰ ਦੂਸਰਾ ਜੋ ਰਸਾਲੇ ਹੁੰਦੇ ਸਨ ਪੜ੍ਹਨ ਵਾਲੇ। ਅਕਸਰ ਮੇਲਿਆਂ 'ਚ ਉਹ ਦੱਸਦੇ ਹੁੰਦੇ ਸੀ ਕਿ ਮੈਨੂੰ ਆਨਾ ਮਿਲਣਾ ਜਾਂ ਦੋ ਆਨੇ ਮਿਲਣੇ, ਤੇ ਉਹਦੇ ਵਿੱਚੋਂ ਮੈਂ, ਬਾਕੀ ਜਿਹੜੇ ਬੱਚੇ ਨੇ ਉਹ ਖਾਣ ਪੀਣ ਵਾਲੇ ਪਾਸੇ ਜ਼ਿਆਦਾ ਰੁੱਝੇ ਰਹਿੰਦੇ ਸਨ, ਲੇਕਿਨ ਮੈਂ ਕਿਤਾਬਾਂ, ਰਸਾਲਾ ਔਰ ਜੋ ਧਾਰਮਿਕ ਗੀਤ ਹੁੰਦੇ ਨੇ, ਮੈਂ ਉਹਨਾਂ ਨੂੰ ਪੜ੍ਹਦਾ ਹੁੰਦਾ ਸੀ, ਉਹਨਾਂ ਨੂੰ ਵਿਚਰਦਾ ਹੁੰਦਾ ਸੀ। ਔਰ ਉਹਨਾਂ ਨੂੰ ਸਿੱਖ ਧਰਮ ਦੀ ਸੇਵਾ ਵਿੱਚ ਲਿਆਉਣ ਵਿੱਚ ਮੇਰੀ ਦਾਦੀ ਜੀ ਦਾ ਬੜਾ ਵੱਡਾ ਹੱਥ ਹੈ। ਉਹ ਬਚਪਨ ਕਾਲ ਤੋਂ ਹੀ ਉਹਨਾਂ ਨੂੰ, ਉਹਨਾਂ ਦੇ ਦੱਸਣ ਮੁਤਾਬਕ, ਵੀ ਸਾਖੀਆਂ ਸੁਣਾਉਂਦੇ ਹਨ ਸਨ। ਮਾਤਾ ਜੀ ਨੂੰ, ਦਾਦੀ ਨੂੰ ਬਾਣੀ ਬਹੁਤ ਕੰਠ ਸੀ, ਪੰਜੇ ਬਾਣੀਆਂ ਦਾ ਨਿਤਨੇਮ ਕੰਠ ਸੀ। ਹੋਰ ਵੀ ਕਈ ਸਾਖੀਆਂ, ਜਿਹੜੀਆਂ ਪੁਰਾਤਨ ਸਾਖੀਆਂ ਗ੍ਰੰਥਾਂ ਚੋਂ, ਉਹ ਉਹਨਾਂ ਨੂੰ ਕੰਠ ਸੀ। ਔਰ ਉਹ ਬਹੁਤ ਸ਼ੌਂਕ ਨਾਲ ਡੈਡੀ ਜੀ ਉਹਨਾਂ ਨੂੰ ਸੁਣਾਉਂਦੇ ਹੁੰਦੇ ਸਨ। ਤੋ ਉਸ ਪ੍ਰਤੀ ਵੀ ਉਹਨਾਂ ਦਾ ਅਟਰੈਕਸ਼ਨ ਬਹੁਤ ਰਹੀ। ਉਸ ਕਰਕੇ ਵੀ ਉਹਨਾਂ ਦਾ ਸਿੱਖ ਧਰਮ ਔਰ ਕੀਰਤਨ ਦੇ ਵਿੱਚ ਆਉਣਾ ਇੱਕ ਮਹੱਤਵਪੂਰਨ ਜੋ ਇੱਕ ਯੋਗਦਾਨ ਮਾਤਾ ਜੀ ਦਾ ਰਿਹਾ, ਉਹਦੇ ਕਰਕੇ। ਦੂਸਰੀ ਗੱਲ, ਉਹਨਾਂ ਨੂੰ ਸਕੂਲ ਤੋਂ ਹੀ ਮਿਊਜ਼ਿਕ ਦਾ ਜੋ ਇੱਕ ਵੱਖਰਾ ਖਿਤਾਬ ਦਿੱਤਾ ਜਾਂਦਾ ਸੀ, ਉਹਨੂੰ ਪੰਛੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਸਕੂਲ ਦੇ ਵਿੱਚ, ਵੀ ਅਜੀਤ ਸਿੰਘ ਪੰਛੀ ਜਿਹੜਾ ਜੀ, ਉਹ ਉਹਨੂੰ ਬੁਲਾ ਕੇ ਲਿਆਓ। ਜਦੋਂ ਕਿਤੇ ਕੋਈ ਵੱਡਾ ਸਮਾਗਮ ਹੋਣਾ ਤਾਂ ਸਪੈਸ਼ਲ ਪਰਫਾਰਮੈਂਸ ਪਿਤਾ ਜੀ ਦੀ ਹੁੰਦੀ ਸੀ ਸੰਗੀਤਕ ਮਾਹੌਲ ਦੇ ਵਿੱਚ। ਉਹਨਾਂ ਨੇ ਫਿਰ ਘੋੜੀਆਂ ਵੀ ਗਾਣੀਆਂ, ਔਰ ਜਿਹੜੀ ਸਭ ਤੋਂ ਮਕਬੂਲ ਉਹਨਾਂ ਦੀ ਉਸ ਕਾਲ ਵਿੱਚ ਹੋਈ ਸੀ, ਜੋ ਮੈਨੂੰ ਪਿੰਡ ਤੋਂ ਪਤਾ ਲੱਗੀ, ਉਹਨਾਂ ਦਾ ਜੋ ਵਿਚਰਨ ਸੀ, ਜਦੋਂ ਆਪਣਾ ਕੀਰਤਨ ਦੀ ਲਾਈਨ 'ਚ ਆ ਗਏ, ਲੇਕਿਨ ਜਦੋਂ ਪਿੰਡ 'ਚ ਜਾਂਦੇ ਸੀ ਤਾਂ ਦੱਸਦੇ ਸਨ ਵੀ ਇਹਨੇ ਜਵਾਹਰ ਲਾਲ ਦੀਆਂ ਘੋੜੀਆਂ ਗਾਈਆਂ ਸੀ ਤੇਰੇ ਡੈਡੀ ਨੇ, ਵੀ ਉਹ ਇੱਕ
ਇੰਦਰਾ ਦੀ ਔਰ ਜਵਾਹਰ ਲਾਲ ਦੀ ਜੋ ਜੀਵਨੀ ਸੀ ਉਹਦੇ ਉੱਤੇ ਘੋੜੀਆਂ ਆਪ ਬਣਾ ਕੇ ਜੀ ਔਰ ਉਸ ਨੂੰ ਪੇਸ਼ ਕੀਤਾ ਸੀ, ਜੋ ਲੋਕਾਂ ਨੇ ਬਹੁਤ ਪਸੰਦ ਕੀਤੀ ਔਰ ਬਹੁਤ ਮਕਬੂਲ ਵੀ ਉਸ ਇਲਾਕੇ ਵਿੱਚ ਹੋਈ ਸੀ। ਉਸ ਤੋਂ ਵੀ ਇਹਨਾਂ ਨੂੰ ਬਹੁਤ ਪ੍ਰਸਿੱਧੀ ਮਿਲੀ ਸੀ। ਫਿਰ ਹੌਲੀ ਹੌਲੀ ਚੱਲਦੇ ਚੱਲਦੇ ਕੀਰਤਨ ਦਾ ਰੁਝਾਨ, ਕਿਉਂਕਿ ਸੰਗੀਤਕ ਦਾ ਸ਼ੌਂਕ ਉਹਨਾਂ ਨੂੰ ਸੀ ਜੀ ਤੇ ਇਸ ਪਾਸੇ ਆਂਦੇ ਆਂਦੇ ਧਾਰਮਿਕ ਪਲੱਸ ਸੰਗੀਤ ਦੋਨੋਂ ਮਿਕਸ ਹੋ ਕੇ ਫਿਰ ਇੱਕ ਗੁਰੂ ਕੀ ਕੀਰਤੀ ਵਾਲੇ ਪਾਸੇ ਗੁਰੂ ਕੇ ਕੀਰਤਨ ਦੇ ਨਾਲ ਜੁੜ ਗਏ। ਦੇਖਿਆ ਜਾਵੇ ਤੇ ਭਾਈ ਸਾਹਿਬ ਬਚਪਨ ਤੋਂ ਹੀ, ਜਾਂ ਆਪਾਂ ਕਹਿ ਲਈਏ ਜਿੱਦਾਂ ਤੁਸੀਂ ਕਿਹਾ ਕਿ ਦਾਦੀ ਜੀ ਤੋਂ ਉਹਨਾਂ ਨੂੰ ਮਿਲਿਆ ਜੀ ਜੀ ਤੇ ਵਿਰਾਸਤ ਵਿੱਚ ਹੀ ਉਹਨਾਂ ਨੂੰ ਸਿੱਖ ਪੰਥ ਦੀ ਸੇਵਾ ਦਾ ਜੋ ਮਿਲਿਆ ਜੀ ਜੀ। ਤੇ ਉਸ ਤੋਂ ਅੱਗੇ ਵਧਦੇ ਆ ਭਾਈ ਸਾਹਿਬ ਹੋਣਾ ਨੇ ਜਿੱਦਾਂ ਕਿ ਸੰਗੀਤ ਦੇ ਵਿੱਚ ਕਾਫੀ ਰਾਗਾਂ ਦੇ ਵਿੱਚ ਮਹੱਤਤਾ ਜਿਹੜੀ ਉਹਨਾਂ ਦੀ ਸੰਗੀਤ ਦੇ ਵਿੱਚ ਸੀਗੀ ਜੀ, ਤੇ ਉਹਨਾਂ ਨੇ ਜਿੱਥੇ ਤੱਕ ਤੁਹਾਨੂੰ ਸੋਝੀ ਹੈ ਕਿ ਕਿੰਨਾ ਉਸਤਾਦਾਂ ਕੋ ਸੰਗੀਤ ਦੀ ਸਿੱਖਿਆ ਲਈ। ਜੇ ਮੈਂ ਕਹਾਂ ਵੀ ਉਹ ਹਰ ਇੱਕ ਨੂੰ ਆਪਣਾ ਉਸਤਾਦ ਮੰਨਦੇ ਸਨ ਤੇ ਇਹ 'ਚ ਕੋਈ ਅਤਕਤ ਨਹੀਂ। ਉਹਨਾਂ ਦਾ ਜਦੋਂ ਮੈਨੂੰ ਵੀ ਕੁਝ ਉਹਨਾਂ ਨੇ ਦੱਸਣਾ ਤੇ ਮੈਨੂੰ ਉਹਨਾਂ ਦੀ ਇਹੀ ਗੱਲ ਸਭ ਤੋਂ ਪਹਿਲਾਂ ਹੁੰਦੀ ਸੀ ਵੀ ਕਾਕਾ, ਜਿਸ ਹਰ ਇੱਕ ਕੋਲੋਂ ਗੁਣ ਉਹਦਾ ਜ਼ਰੂਰ ਲਓ ਜੀ। ਹਰ ਇੱਕ ਕੋਲ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ, ਉਹਦਾ ਗੁਣ ਜ਼ਰੂਰ ਗ੍ਰਹਿਣ ਕਰੋ। ਕਿਸੇ ਕੋਲ ਸੰਗੀਤਕ ਹੈ, ਕਿਸੇ ਕੋਲ ਸੋਸ਼ਲ ਨੌਲੇਜ ਹੈ, ਕਿਸੇ ਕੋਲ ਰਿਲੀਜੀਅਸ ਨੌਲੇਜ ਹੈ, ਜਿਹਦੇ ਕੋਲ ਵੀ ਜੋ ਗੁਣ ਧਾਰਨ ਹੋ ਸਕਦਾ ਉਹ ਕਰੋ। ਆਪਣੇ ਆਪ ਨੂੰ ਇਸ ਕਾਬਲ ਐਸਾ ਪਾਤਰ ਬਣਾਓ ਕਿ ਤੁਸੀਂ ਹਰ ਇੱਕ ਦਾ ਗੁਣ ਗ੍ਰਹਿਣ ਕਰ ਸਕੋ। ਉਹਨਾਂ ਨੇ ਵੀ ਬਹੁਤ ਉਸਤਾਦਾਂ ਕੋਲੋਂ ਸਿੱਖਿਆ, ਪਰ ਜਿੱਥੇ ਤੱਕ ਮੈਨੂੰ ਥੋੜਾ ਜਿਹਾ ਉਹਨਾਂ ਨੇ ਦੱਸਿਆ ਸੀ, ਇੱਕ ਮੇਰਠ ਵਿੱਚ ਜਦੋਂ ਇਹ ਕੀਰਤਨ ਦੀ ਸੇਵਾ ਕਰਦੇ ਸਨ ਤਾਂ ਕੋਈ ਲੋਖੰਡੇ ਜੀ ਸਨ ਜੋ ਉਸਤਾਦ ਅਮੀਰ ਖਾਨ ਸਾਹਿਬ ਜੀ ਦੇ ਸ਼ਾਗਿਰਦ ਨੇ ਔਰ ਜੇਠੇ ਸ਼ਾਗਿਰਦ ਸੀ ਜੀ। ਤੇ ਉਹਨਾਂ ਕੋਲੋਂ ਉਹਨਾਂ ਨੇ ਸਿੱਖਿਆ ਗ੍ਰਹਿਣ ਕੀਤੀ ਮੇਰਠ ਵਿੱਚ। ਫਿਰ ਨਾਗਪੁਰ ਵਿੱਚ ਇੱਕ ਬੜੇ ਉਸਤਾਦ ਸਨ ਜੋ ਭੀਮ ਸੈਨ ਜੋਸ਼ੀ ਹੁਣਾਂ ਦੇ ਸਮਕਾਲੀ ਸਨ ਔਰ ਉਹਨਾਂ ਦੇ ਗੁਰ ਭਾਈ ਸਨ, ਉਹਨਾਂ ਕੋਲੋਂ ਵੀ ਸੰਗੀਤਕ ਵਿੱਦਿਆ ਲਈ। ਔਰ ਫਿਰ ਪੰਜਾਬ ਜਦੋਂ ਜਲੰਧਰ ਇੱਥੇ ਗੁਰੂ ਨਾਨਕ ਮਿਸ਼ਨ ਹਸਪੀਟਲ ਬਹੁਤ ਦੇ ਸੇਵਾ ਕੀਤੀ ਉਹਨਾਂ ਨੇ ਕੀਰਤਨ ਦੀ, ਤਕਰੀਬਨ 10-12 ਸਾਲ ਇੱਥੇ ਸੇਵਾ ਕੀਤੀ। ਔਰ ਇੱਥੇ ਬੜੇ ਪੰਜਾਬ ਦੇ ਔਰ ਹਿੰਦੁਸਤਾਨ ਦੇ ਨਾਮਵਰ ਉਸਤਾਦ ਬਲਬੀਰ ਸੇਠ ਜੀ, ਤਿੰਨਾਂ ਪਾਸੋਂ ਵੀ ਉਹਨਾਂ ਨੇ ਕਾਫੀ ਮਤਲਬ ਨੌਲੇਜ ਐਕਸੈਪਟ ਕੀਤੀ। ਉਹਨਾਂ ਨੇ ਵੀ ਕਾਫੀ ਕਿਰਪਾ ਕੀਤੀ, ਗੁਰੂ ਜੀ ਨੇ ਡੈਡੀ ਹੁਣਾਂ ਨੂੰ ਕਲਾਸੀਕਲ ਬੇਸਿਕ ਕਲਾਸੀਕਲ ਦੀ ਨੌਲੇਜ ਬਹੁਤ ਦਿੱਤੀ। ਉਹਨਾਂ ਕੋਲੋਂ ਕਾਫੀ ਉਹਨਾਂ ਨੇ ਗੁਣ ਹਾਸਲ ਕੀਤਾ। ਸੋ ਇਹ ਉਹਨਾਂ ਦੇ ਕੀਰਤਨ ਦੇ ਵਿੱਚ ਦਿਖਦਾ ਵੀ ਹੈ ਕਿ ਜਿਵੇਂ ਵਧੀਆ ਵੱਡੇ ਉਸਤਾਦਾਂ ਦੇ ਜਿਨ੍ਹਾਂ ਤੁਸੀਂ ਨਾਂ ਲੈ ਰਹੇ ਹੋ ਉਹਨਾਂ ਤੋਂ ਸਿੱਖੇ ਹੋਏ ਨੇ ਤੇ ਉਹਨਾਂ ਨੂੰ ਉਸਤਾਦ ਕੀਰਤਨੀਆਂ ਦੀ ਉਪਾਧੀ ਜਿਹੜੀ ਕਿ ਸੰਗਤਾਂ ਨੇ ਦਿੱਤੀ ਹੈ ਤੇ ਉਹਦੇ ਬਾਰੇ ਥੋੜਾ ਜਿਹਾ ਤੁਸੀਂ। ਜੀ ਕੀਰਤਨ ਇੱਕ ਆਪਣੇ ਆਪ 'ਚ ਬੜਾ ਸਤਿਕਾਰਤ ਵਿਸ਼ਾ ਹੈ। ਕੀਰਤਨ ਜਿਹੜਾ ਕੀਰਤੀ ਗੁਰੂ ਕੀ ਕਰਦਾ ਹੈ, ਸਤਿਕਾਰ ਬਹੁਤ ਮਾਮੂਲੀ ਚੀਜ਼ਾਂ ਨੇ, ਕਿਉਂਕਿ ਸੰਗਤ ਉਸ ਨੂੰ ਇਸ ਇਨਸਾਨ ਨੂੰ ਗੁਰੂ ਕਰਕੇ ਪਿਆਰ ਬਹੁਤ ਕਰਦੀ ਹੈ। ਲੇਕਿਨ ਇੱਥੇ ਡੈਡੀ ਨੂੰ ਇੱਕ ਵਿਸ਼ੇਸ਼ ਦਰਜਾ ਦਿੱਤਾ ਗਿਆ ਸੀ ਕਿ ਜਿਹੜੇ ਆਪ ਕੀਰਤਨ ਕਰਦੇ ਨੇ ਉਹ ਮੰਨਦੇ ਸਨ, ਉਹਨਾਂ ਨੂੰ ਉਹ ਸੁਣਦੇ ਸਨ, ਜਿਨ੍ਹਾਂ ਵਿੱਚੋਂ ਭਾਈ ਸਤਵਿੰਦਰ ਹਰਵਿੰਦਰ ਸਿੰਘ ਬੜਾ ਨਾਮੀ ਜਥਾ ਦਿੱਲੀ ਵਾਲੇ, ਔਰ ਮੈਂ ਬੜਾ ਸਤਿਕਾਰ ਕਰਦਾ ਉਹਨਾਂ ਦਾ, ਸਤਵਿੰਦਰ ਹਰਵਿੰਦਰ ਹੋਣਾ ਦਾ। ਉਹ ਜਦੋਂ ਵੀ ਗੱਲ ਕਰਨਗੇ ਕੰਨਾਂ ਨੂੰ ਹੱਥ ਲਾ ਕੇ ਭਾਈ ਅਜੀਤ ਸਿੰਘ ਰਾਗੀ ਜਲੰਧਰ ਵਾਲੇ ਉਹ ਕਰਦੇ ਨੇ ਤੇ ਬਹੁਤ ਅੱਛਾ ਲੱਗਦਾ ਹੈ। ਭਾਈ ਨਿਰਮਲ ਸਿੰਘ ਜੀ ਜੋ ਸੱਚਖੰਡ ਪਿਆਨਾ ਕਰ ਗਏ ਨੇ ਹਜ਼ੂਰੀ ਰਾਗੀ ਦਰਬਾਰ ਸਾਹਿਬ, ਬਹੁਤ ਪਿਆਰ ਸੀ। ਨਿਰਮਲ ਸਿੰਘ ਖਾਲਸਾ ਜੀ ਬਹੁਤ ਪਿਆਰ ਸੀ ਪਿਤਾ ਜੀ ਨਾਲ। ਔਰ ਕਈ ਕਿਹਨਾਂ ਦਾ ਮੈਂ ਨਾਮ ਲਵਾਂ, ਭਾਈ ਸਰਬਜੀਤ ਸਿੰਘ ਰੰਗੀਲਾ ਦੁਰਗ ਵਾਲੇ। ਇੱਕ ਵਾਰੀ ਅਸੀਂ ਹੋਤੀ ਮਰਦਾਨ ਕੀਰਤਨ ਕਰਨ ਗਏ ਤੇ ਭਾਈ ਸਰਬਜੀਤ ਸਿੰਘ ਲਾਡੀ ਹੁਣਾਂ ਨੇ ਸਾਡੇ ਤੋਂ ਪਹਿਲਾਂ ਕੀਰਤਨ ਕਰਨਾ ਸੀ ਤੇ ਜਦ ਉਹਨਾਂ ਨੂੰ ਪਤਾ ਲੱਗਿਆ ਵੀ ਡੈਡੀ ਹੁਣਾਂ ਨੇ ਕੀਰਤਨ ਕਰਨਾ ਹੈ ਤੇ ਉਹ ਕਹਿੰਦੇ ਵੀ ਨਹੀਂ, ਮੈਂ ਭਾਈ ਸਾਹਿਬ ਹੁਣਾਂ ਨੂੰ ਬਹਿ ਕੇ ਸੁਣਨਾ, ਮੈਂ ਇਹਨਾਂ ਨੂੰ ਸ਼ੁਰੂ ਤੋਂ ਸੁਣਦਾ ਆ, ਮੈਂ ਇਹਨਾਂ ਦੀ ਰੇਡੀਓ ਤੇ ਰਿਕਾਰਡਿੰਗਸ ਸੁਣੀਆਂ ਤੇ ਮੇਰੀ ਬੇਨਤੀ ਹੈ ਵੀ ਭਾਵੇਂ ਜਿੰਨਾ ਵੀ ਟਾਈਮ ਲਾਣਾ ਪਰ ਮੇਰੇ ਤੋਂ ਪਹਿਲਾਂ ਲਗਾਉਣ ਤਾਂ ਕਿ ਮੈਂ ਇਹਨਾਂ ਨੂੰ ਬਹਿ ਕੇ ਸੁਣ ਸਕਾਂ, ਕਿਉਂਕਿ ਮੈਨੂੰ ਬਹੁਤ ਘੱਟ ਮੌਕਾ ਮਿਲਦਾ ਇਹਨਾਂ ਨੂੰ ਸੁਣਨ ਦਾ। ਸੋ ਐਸੀਆਂ ਰੂਹਾਂ ਵੀ ਨੇ ਜੋ ਬਹੁਤ ਪਿਆਰ ਕਰਦੀਆਂ ਸਨ। ਤਬਲੇ ਦਾ ਬੜਾ ਨਾਮੀ ਨਾਮ ਹੈ ਜੀ ਉਸਤਾਦ ਜਿੰਦੀ ਜੀ USA ਅਮਰੀਕਾ ਤੋਂ ਨੇ, ਉਹ ਬਹੁਤ ਪਿਤਾ ਜੀ ਦਾ ਸਤਿਕਾਰ ਵੀ ਕਰਦੇ ਨੇ ਔਰ ਬੜਾ ਰਿਗਾਰਡ ਵੀ। ਔਰ ਉਹਨਾਂ ਨੇ ਇੱਕ ਟੂਰ ਵੀ ਲਗਾਇਆ ਸਪੈਸ਼ਲ, ਹਾਲਾਂਕਿ ਉਹ ਬਹੁਤ ਉੱਪਰਲੇ ਪਾਏ ਦੇ ਕਲਾਕਾਰ ਨੇ, ਆਪਣੇ ਫਨ ਵਿੱਚ ਬਹੁਤ ਮੁਹਾਰਤ ਰੱਖਦੇ ਨੇ, ਪਰ ਉਹਨਾਂ ਨੇ ਵੀ ਉਹਨਾਂ ਨਾਲ ਕੀਰਤਨ ਤੇ ਉਹ ਟੂਰ ਕਰਾਇਆ ਔਰ ਆਪਣੇ ਆਪ ਨੂੰ ਕਹਿੰਦੇ ਮੈਂ ਵਡਭਾਗਾ ਸਮਝਦਾ ਕਿ ਮੈਨੂੰ ਭਾਈ ਸਾਹਿਬ ਦੇ ਨਾਲ ਇਹ ਜੋ ਟੂਰ ਕਰਨ ਦਾ ਮੌਕਾ ਮਿਲਿਆ। ਸੋ ਹੋਰ ਕਈ ਸ਼ਖਸੀਅਤਾਂ ਜਿਨ੍ਹਾਂ ਦਾ ਮੈਂ ਨਾਂ ਸ਼ਾਇਦ
ਵਿਸਰ ਵੀ ਗਿਆ ਹੋਵਾਂ, ਪਰ ਬੜਾ ਪਿਆਰ ਗੁਰੂ ਕੇ ਕੀਰਤੀਆਂ ਨੇ ਬਖਸ਼ਿਆ ਇਸ ਪਾਸੇ। ਇਹ ਤਾਂ ਗੱਲ ਕੀਤੀ ਜੀ ਤੁਸੀਂ ਕੀਰਤਨੀ ਸਿੰਘਾਂ ਦੀ, ਕਿ ਜਿਹੜੇ ਭਾਈ ਸਾਹਿਬ ਹੁਣਾਂ ਨੂੰ ਉਸਤਾਦ ਦੇ ਤੌਰ ਤੇ ਸੁਣਦੇ ਰਹੇ ਨੇ ਜੀ। ਪਰ ਮੈਂ ਇਹ ਪੁੱਛਣਾ ਚਾਹੂੰਗਾ ਕਿ ਭਾਈ ਸਾਹਿਬ ਭਾਈ ਅਜੀਤ ਸਿੰਘ ਜੀ ਕਿਹਨਾਂ ਨੂੰ ਜ਼ਿਆਦਾ ਫੋਲੋ ਕਰਦੇ ਸੀ ਜਾਂ ਸੁਣਨਾ ਪਸੰਦ ਕਰਦੇ ਸੀ? ਡੈਡੀ ਹੁਣਾਂ ਦਾ ਸ਼ੌਂਕ ਸੁਰੀਲਾ ਬੰਦਾ ਕੋਈ ਵੀ ਹੋਵੇ ਜੀ, ਜਿਹੜਾ ਵੀ ਸੁਰ ਦੇ ਵਿੱਚ ਕਰਦਾ, ਸੁਰ ਦੇ ਵਿੱਚ ਭਿੱਜ ਕੇ ਕੀਰਤਨ ਕਰਦਾ, ਉਹਨੂੰ ਸੁਣਦੇ ਸਨ ਜੀ। ਭਾਈ ਦਿਲਬਾਗ ਗੁਰਬਾਗ ਹੁਣਾਂ ਨਾਲ ਜੀ। ਬਹੁਤ ਪਿਆਰ ਸੀ ਪਿਤਾ ਜੀ ਦਾ। ਔਰ ਖੁਸ਼ਕਿਸਮਤੀ ਸਾਡੀ ਇਹ ਹੈ, ਮੇਰੀ ਵੀ ਵਿੱਚ ਹੀ, ਕਿਉਂਕਿ ਜਦੋਂ ਦੀ ਮੈਂ ਹੋਸ਼ ਸੰਭਾਲੀ ਭਾਈ ਦਿਲਬਾਗ ਸਿੰਘ ਹੁਣਾਂ ਨਾਲ ਇੰਨਾ ਪਿਆਰ ਸੀ ਵੀ ਜਦੋਂ ਉਹਨਾਂ ਦੇ ਘਰੇ ਕੋਈ ਫੰਕਸ਼ਨ ਹੁੰਦਾ ਸੀ ਤੇ ਕੀਰਤਨ ਲਈ ਉਹ ਸਿਰਫ ਤੇ ਸਿਰਫ ਡੈਡੀ ਨੂੰ ਕਹਿੰਦੇ ਹੁੰਦੇ ਸਨ ਵੀ ਅਜੀਤ ਸਿੰਘ ਤੂੰ ਸਾਡੇ ਘਰ ਕੀਰਤਨ ਕਰਨਾ ਜੀ। ਤੋ ਇਹ ਇੱਕ ਬੜੀ ਵੱਡੀ ਗੱਲ ਸੀਗੀ ਵੀ ਐਸੇ ਮਹਾਨ ਜਿਨ੍ਹਾਂ ਨੂੰ ਸਿਲੇਬਸ ਵਿੱਚ ਪੜ੍ਹਾਈ ਵਿੱਚ ਉਹਨਾਂ ਦਾ ਨਾਮ ਪੜ੍ਹਾਇਆ ਜਾਂਦਾ ਵੀ ਸ਼ਾਸਤਰੀ ਸੰਗੀਤ ਦੇ ਮੁੱਢ ਸੰਗੀਤਕ ਵਿੱਚ ਦਿਲਬਾਗ ਗੁਰਬਾਗ ਸਿੰਘ ਹੁਣੀ ਵੀ ਹੋਏ, ਉਹਨਾਂ ਦੇ ਘਰੇ ਕੀਰਤਨ ਕਰਨਾ ਬਹੁਤ ਮਾਣ ਵਾਲੀ ਗੱਲ ਸੀ। ਸੋ ਹੋਰ ਕਈ ਬੰਦਿਆਂ ਨੂੰ ਸੁਣਦੇ ਸਨ। ਸਾਰਾ ਮਤਲਬ ਉਹਨਾਂ ਦੀ ਸਰੋਤ ਜਿਹੜੀ ਸੀ ਉਹ ਜ਼ਰੂਰੀ ਨਹੀਂ ਵੀ ਉਹ ਕੀਰਤਨ ਹੀ ਹੋਵੇ, ਉਹ ਗਜ਼ਲਾਂ ਜੀ, ਕਵਾਲੀ ਔਰ ਠੁਮਰੀ ਆਪ ਵੀ ਗਾ ਲੈਂਦੇ ਸਨ, ਗਾਉਂਦੇ ਸਨ ਔਰ ਇਸ 'ਚ ਮੁਹਾਰਤ ਵੀ ਰੱਖਦੇ ਸਨ। ਉਹਨਾਂ ਦਾ ਕਹਿਣਾ ਸੀ ਵੀ ਜਿਹੜਾ ਸੈਮੀ ਕਲਾਸੀਕਲ ਗਾ ਸਕਦਾ ਉਹੀ ਲਾਈਟ ਗਾ ਸਕਦਾ ਜੀ। ਲਾਈਟ ਜਿਹੜਾ ਸੁਰੀਲਾ ਗਾਣਾ, ਜਿਹੜਾ ਭਿੱਜ ਕੇ ਗਾਣਾ, ਜੇ ਤੁਸੀਂ ਗਜ਼ਲ ਗਾਇਕੀ ਨੂੰ ਫੋਲੋ ਨਹੀਂ ਕਰਦੇ ਤਾਂ ਤੁਸੀਂ ਉਹਨੂੰ ਉਸ ਢੰਗ ਨਾਲ ਪੇਸ਼ ਨਹੀਂ ਕਰ ਸਕਦੇ ਜਿਸ ਢੰਗ ਨਾਲ ਉਸ ਇੱਕ ਚੀਜ਼ ਪੇਸ਼ ਹੋਣੀ ਚਾਹੀਦੀ ਹੈ। ਸੋ ਹਰ ਇੱਕ ਨੂੰ ਜਿਹੜਾ ਸੁਰੀਲਾ ਕਰਨ ਵਾਲਾ, ਸੁਰੀਲਾ, ਉਸ ਨੂੰ ਲਾਈਕ ਕਰਦੇ ਸਨ ਜੀ। ਭਾਈ ਸਾਹਿਬ ਜੀ, ਜਿਵੇਂ ਕਿ ਆਪਾਂ ਦੇਖਿਆ ਤੁਸੀਂ ਵੀ ਆਪਣੇ ਪਿਤਾ ਜੀ ਦੇ ਨਾਲ ਬਹੁਤ ਹੀ ਲੰਬਾ ਸਮਾਂ ਤਬਲੇ ਦੀ ਸੇਵਾ ਉਹਨਾਂ ਦੇ ਨਾਲ ਕੀਤੀ ਹੈ ਜੀ। ਉਸ ਬਾਰੇ ਥੋੜਾ ਜਿਹਾ ਸਾਡੀ ਸੰਗਤ ਨੂੰ ਜਾਣੂ ਕਰਾਓ ਕਿ ਤੁਸੀਂ ਕਿਹੜੇ ਸੰਨ ਦੇ ਵਿੱਚ ਜਾਂ ਤੁਹਾਡੀ ਰੁਚੀ ਕਦੋਂ ਹੋਈ ਕਿ ਤੁਹਾਡੇ ਫਾਦਰ ਸਾਹਿਬ ਨੂੰ ਲੱਗਿਆ ਕਿ ਮੈਨੂੰ ਮੇਰੇ ਬੇਟੇ ਨੂੰ ਸਿਖਾਉਣਾ ਚਾਹੀਦਾ ਤਬਲਾ? ਸਨ ਤਾਂ ਮੈਨੂੰ ਹਰਜੋਤ ਜੀ ਐਕਚੁਅਲੀ ਯਾਦ ਨਹੀਂ, ਮੈਂ ਐਵੇਂ ਜੀ, ਕਿਉਂਕਿ ਜਦੋਂ ਦੀ ਹੋਸ਼ ਸੰਭਾਲੀ ਹੈ ਇਸੇ ਮਾਹੌਲ ਦੇ ਵਿੱਚ ਵਿਚਰਿਆ ਜੀ। ਕਿਉਂਕਿ ਪਿਤਾ ਜੀ ਦੀ, ਡੈਡੀ ਹੁਣਾਂ ਦੀ ਸਭ ਤੋਂ ਜ਼ਿਆਦਾ ਇਹ ਆਦਤ ਸੀ ਵੀ ਉਹ ਰਿਆਜ਼ ਜਦੋਂ ਕਰਦੇ ਸੀ ਉਹਨਾਂ ਨੇ ਵਾਜਾ ਅੱਜ ਤੱਕ ਨਹੀਂ ਫੜਿਆ ਜੀ। ਉਹ ਕਹਿੰਦੇ ਸੀ ਆਪਣੇ ਗਲੇ ਨੂੰ ਵਾਜਾ ਬਣਾਓ ਜੀ, ਬਿਲਕੁਲ। ਮੂੰਹ ਜ਼ਬਾਨੀ ਸੁਰ ਲਗਾਣੇ, ਮੂੰਹ ਜ਼ਬਾਨੀ ਰਾਗ ਕਰਨਾ, ਸਿਰਫ ਤੁਸੀਂ ਆਪਣਾ ਸਾਹ ਰੱਖ ਕੇ ਸਾਹ ਦੇ ਵਿੱਚ ਆਪਣਾ ਅਰੂ ਅਵਰੋ ਉਹਨੂੰ ਕਰੋ, ਉਹਨੂੰ ਵਾਜੇ ਨੂੰ ਗਲੇ ਦੇ ਵਿੱਚ ਫਿੱਟ ਕਰੋ। ਔਰ ਉਹ ਰਿਆਜ਼ ਤਕਰੀਬਨ ਸਾਰਾ ਦਿਨ ਕਰਦੇ ਰਹਿੰਦੇ ਸਨ। ਤੇ ਇੱਕ ਤਾਂ ਹੁੰਦਾ ਨਾ ਆਪਾਂ ਹਾਰਮੋਨੀਅਮ ਫੜ ਕੇ ਤੇ ਉਸ ਨੂੰ ਪਾਰਟਿਕੂਲਰਲੀ ਇੱਕ ਰਾਗ ਨੂੰ ਕਰਨਾ। ਉਹਨਾਂ ਦੀ ਜਿਹੜੀ ਸਭ ਤੋਂ ਖਾਸ ਗੱਲ ਮੈਂ ਸੰਗਤਾਂ ਦੇ ਨਜ਼ਰ ਵਿੱਚ ਲਿਆਣੀ ਚਾਹੁੰਦਾ, ਜਿਹੜੀ ਉਹਨਾਂ ਦੀ ਸਭ ਤੋਂ ਮੁਹਾਰਤ ਜਿਹੜੀ ਸੀ ਉਹ ਇਸ ਗੱਲ ਤੇ ਸੀ ਵੀ ਇੱਕ ਰਾਗ ਗਾਉਂਦੇ ਗਾਉਂਦੇ, ਜਿੱਦਾਂ ਇੱਕ ਕੋਮਲ ਸੁਰ ਦਾ ਰਾਗ ਹੈ, ਕੋਈ ਸਪੋਜ਼ ਅਸੀਂ ਟੋਡੀ ਲੈ ਲੈਨੇ ਆ, ਉਹਨੂੰ ਟੋਡੀ ਨੂੰ ਗਾਉਂਦੇ ਗਾਉਂਦੇ ਡੈਡੀ ਨਹੀਂ ਹੁਣ ਤੁਸੀਂ ਮੈਨੂੰ ਸੋਰਠ ਕਰਾ ਦਿਓ ਜੀ, ਤੇ ਉਹਨਾਂ ਨੇ ਉਥੋਂ ਟੋਡੀ ਤੋਂ ਸ਼ੁੱਧ ਸੁਰਾਂ ਵਾਲੇ ਪਾਸੇ ਹੋ ਜਾਣਾ, ਜਿਹੜਾ ਕਿ ਬਹੁਤ ਬਹੁਤ ਮੁਸ਼ਕਲ। ਪਹਿਲਾਂ ਮੈਨੂੰ ਨਹੀਂ ਸੀ ਇੰਨੀ ਸੋਝੀ, ਹੁਣ ਮੈਂ ਆਪ ਕਰਦਾ ਆ, ਮੈਨੂੰ ਥੋੜਾ ਜਿਹਾ ਗੁਰੂ ਨੇ ਸੋਝੀ ਬਖਸ਼ੀ ਹੈ ਤੇ ਉਹ ਹੁਣ ਪਤਾ ਲੱਗਦਾ ਵੀ ਉਹ ਕਿੰਨੀ ਔਖੀ ਔਰ ਕਿੰਨੀ ਮੁਸ਼ਕਲ ਚੀਜ਼ ਹੈ ਜਿਹਨੂੰ ਬੜੇ ਆਰਾਮ ਨਾਲ ਸਹਿਜ ਨਾਲ ਕਰ ਜਾਂਦੇ ਸਨ। ਸੋ ਐਸਾ ਉਹਨਾਂ ਤੇ ਗੁਰੂ ਦੀ ਕਿਰਪਾ ਸੀ ਔਰ ਉਹਨਾਂ ਦਾ ਰਿਆਜ਼ ਐਸਾ ਸੀ ਵੀ ਉਹਨੂੰ ਬੜੇ ਸਹਿਜ ਸੁਭਾਅ ਨਾਲ ਕਰ ਲੈਂਦੇ ਸਨ। ਸੋ ਉਸ ਮਾਹੌਲ ਚੋਂ ਨਿਕਲਦੇ ਪਹਿਲਾਂ ਮੈਨੂੰ ਉਹਨਾਂ ਨੇ ਤਬਲੇ ਦਾ ਜੀ ਗੁਣ ਦਿੱਤਾ, ਪਹਿਲਾਂ ਮੈਨੂੰ ਸ਼ਾਗਿਰਦ ਕਰਾਇਆ ਉਹਨਾਂ ਦੇ ਬੜੇ ਪਿਆਰ ਵਾਲੇ ਰਾਗੀ ਸਿੰਘ ਹੀ ਨੇ, ਭਾਈ ਅਜੀਤ ਸਿੰਘ ਨੇ ਮਾਣਾ ਜੀ। ਉਹਨਾਂ ਨੇ ਮੇਰਾ ਹੱਥ ਰਖਾਇਆ, ਮੈਨੂੰ ਤਬਲਾ ਸਟਾਰਟ ਕਰਾਇਆ। ਕੋਈ ਸ਼ਾਇਦ ਜੇ ਮੈਂ ਭੁਲੇਖਾ ਨਹੀਂ ਖਾ ਰਿਹਾ ਤਾਂ 7 ਜਾਂ 8 ਸਾਲ ਦੀ ਉਮਰ 'ਚ, ਮੇਰੀ 6-7 ਸਾਲ ਦੀ ਉਮਰ 'ਤੇ ਮੇਰਾ ਤਬਲਾ ਸਟਾਰਟ ਹੋ ਗਿਆ ਸੀ। ਫਿਰ ਕਿਰਪਾ ਹੋਈ ਔਰ ਪੰਡਿਤ ਰਮਾਕਾਂਤ ਜੀ ਮੇਰੇ ਉਸਤਾਦ ਜੀ, ਤਬਲੇ ਦੀ ਮਾਇਨਾਜ਼ ਹਸਤੀ ਜੀ, ਜੇ ਉਹਨਾਂ ਨੂੰ ਭਗਵਾਨ ਕਹਿ ਲਈਏ ਤਬਲੇ ਦਾ ਪੰਜਾਬ ਦੇ ਵਿੱਚ ਤੇ ਕੋਈ ਹੱਦਕਤ ਨਹੀਂ। ਬਹੁਤ ਸ਼ਾਗਿਰਦ ਨੇ ਉਹਨਾਂ ਨੇ, ਬਹੁਤ ਉਹਨਾਂ ਨੇ ਕਿਰਪਾ ਕੀਤੀ, ਜੋ ਐਸਾ ਗੁਣ ਸਤਿਗੁਰੂ ਨੇ ਬਖਸ਼ਿਆ ਔਰ ਉਹਨਾਂ ਨੇ ਗਾਂ ਵੰਡਿਆ। ਸੋ ਉਹਨਾਂ ਦਾ ਸ਼ਾਗਿਰਦ ਮੈਨੂੰ ਹੋਣ ਦਾ ਨਸੀਬ ਪ੍ਰਾਪਤ ਹੋਇਆ, ਮੇਰੇ ਵੱਡੇ ਭਾਗ। ਉਹਨਾਂ ਕੋਲੋਂ ਤਬਲੇ ਦੀ ਕਾਫੀ ਤਾਲੀਮ ਲਈ ਜੀ। ਫਿਰ ਤਬਲੇ ਤੋਂ ਬਾਅਦ ਮੈਨੂੰ ਵੋਕਲ ਵਾਲੇ ਪਾਸੇ ਵੀ ਮੇਰਾ ਇੰਟਰਸਟ ਜਾਗਿਆ, ਜਿਵੇਂ ਪਿਤਾ ਜੀ ਕੀਰਤਨ ਕਰਦੇ ਸਨ, ਰਾਗ ਕਰਦੇ ਸਨ। ਫਿਰ ਮੈਂ ਥੋੜਾ ਪਿਤਾ ਜੀ ਕੋ ਵੀ ਸਿੱਖਿਆ, ਪਰ ਮੈਨੂੰ ਉਹਨਾਂ ਨੇ ਆਪ ਸਿਖਾਉਣ ਦੀ ਬਜਾਏ ਮੈਨੂੰ ਗੁਰੂ ਜੀ ਮੋਹਨ ਸੈਣੀ ਜੀ ਮੇਰੇ ਉਸਤਾਦ ਜੀ, ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। 2-3 ਸਾਲ ਹੋ ਗਏ, 3-4 ਸਾਲ ਉਹ ਸਰੀਰਕ ਵਿਛੋੜਾ ਦੇ ਗਏ।
ਜੀ। ਤੇ ਉਹਨਾਂ ਕੋਲੋਂ ਮੈਨੂੰ ਸੰਗੀਤਕ ਬਰੀਕੀਆਂ ਲਈ ਪਾਇਆ ਵੀ ਇਹਨੂੰ ਕਲਾਸੀਕਲ ਸਿਖਾਓ। ਇਹ ਕੀਰਤਨ ਕਰਨਾ ਚਾਹੁੰਦਾ, ਔਰ ਕੀਰਤਨ ਦਾ ਜਦ ਤੱਕ ਬੇਸ ਕਲਾਸੀਕਲ ਨਾ ਹੋਵੇ ਜੀ। ਉਦੋਂ ਤੱਕ ਗੱਲ ਨਹੀਂ ਬਣਦੀ। ਸੋ ਉਹਨਾਂ ਕੋਲ ਮੈਨੂੰ ਉਹਨਾਂ ਨੇ ਸ਼ਾਗਿਰਦ ਕਰਾਇਆ ਔਰ ਮੈਨੂੰ ਗੁਰੂ ਜੀ ਪਾਸੋਂ ਸੰਗੀਤਕ ਬਰੀਕੀਆਂ ਸਿੱਖਣ ਦਾ ਮੌਕਾ ਮਿਲਿਆ। ਸੋ ਤਬਲੇ ਦੇ ਨਾਲ ਨਾਲ ਮੇਰੀ ਤਕਰੀਬਨ ਰੋਜ਼ ਹੀ ਇੱਥੇ ਕਲਾਸ ਲੱਗਦੀ ਸੀ। ਅੱਜ ਕੀ ਕਰਕੇ ਆਇਆ, ਮੈਂ ਡੈਡੀ ਨੂੰ ਸੁਣਾਉਣਾ, ਨਹੀਂ ਇੱਥੋਂ ਆ ਨਹੀਂ, ਇੱਥੋਂ ਏਦਾਂ, ਇੱਥੋਂ ਆ ਨਹੀਂ, ਇੱਥੋਂ ਏਦਾਂ। ਮੇਰੀ ਤਕਰੀਬਨ ਜਦੋਂ ਦੀ ਮੈਂ ਹੋਸ਼ ਸੰਭਾਲੀ ਆ ਉਦੋਂ ਤਾਂ ਲੈ ਕੇ ਜਦੋਂ ਤੱਕ ਮੈਂ ਉਹਨਾਂ ਨੂੰ ਵਿਦਿਆ ਨਹੀਂ ਕਰ ਦਿੱਤਾ, ਤਕਰੀਬਨ ਮੇਰੀ ਕਲਾਸ ਚੱਲਦੀ ਰਹੀ ਹੈ। ਜੀ ਜੀ ਬਿਲਕੁਲ। ਸੋ ਭਾਈ ਸਾਹਿਬ ਜੀ, ਆਪਾਂ ਇਸ ਚੀਜ਼ ਨੂੰ ਵੀ ਆਪਾਂ ਸੰਗਤਾਂ ਦੇ ਸਾਹਮਣੇ ਰੱਖੀਏ ਕਿ ਕਿਸ ਜਗ੍ਹਾ ਤੇ ਭਾਈ ਸਾਹਿਬ ਹੋਣਾ ਨੇ ਆਪਣੇ ਕੀਰਤਨ ਦੀ ਸੇਵਾ, ਜਿਵੇਂ ਤੁਸੀਂ ਦੱਸ ਰਹੇ ਸੀ ਨਾਗਪੁਰ, ਮੇਰਠ ਜਾਂ ਹੋਰ ਵੀ ਜਗ੍ਹਾ, ਜੀ ਭਾਈ ਸਾਹਿਬ ਹੋਣਾ ਨੇ ਕਿਸ ਜਗ੍ਹਾ ਤੇ ਕੀਰਤਨ ਦੀ ਸੇਵਾ ਸੰਗਤਾਂ ਦੇ ਸਾਹਮਣੇ ਰੱਖੀ? ਨੈਸ਼ਨਲ ਲੈਵਲ ਤੇ ਹਰਜੋਤ ਸਿੰਘ ਜੀ ਤਕਰੀਬਨ ਹਰ ਇੱਕ ਸ਼ਹਿਰ 'ਚ ਹੀ ਗਏ ਸਨ, ਪਰ ਉਹ ਬਹੁਤੀ ਖੇਚਲ ਨਹੀਂ ਸੀ ਕਰਦੇ। ਬਹੁਤ ਕੋਈ ਉਹ ਮਾਇਆ ਦੇ ਪਿੱਛੇ ਭੱਜਣ ਵਾਲੀ ਰੂਹ ਨਹੀਂ ਸੀ ਜੀ। ਇਸੇ ਕਰਕੇ ਉਹ ਮੀਡੀਆ 'ਚ ਵੀ ਨਹੀਂ ਆਏ। ਹਾਲਾਂਕਿ ਉਹਨਾਂ ਦੇ ਬਹੁਤ ਉਦੋਂ ਪਿਆਰ ਸੀ ਹੰਸਰਾਜ ਹੰਸ ਜੀ ਹੋਣਾ ਨਾਲ ਜੀ, ਜੋ ਬੜਾ ਨਾਮ ਹੈ, ਇੱਕ ਵੱਖਰਾ ਨਾਮ, ਰਾਜ ਗਾਇਕ ਦੀ ਉਪਾਧੀ ਮਿਲੀ ਨੇ। ਅੱਜ ਕੱਲ ਤਾਂ ਚਲੋ ਖੈਰ ਪੋਲੀਟੀਕਲ ਨੇ, ਜਦੋਂ ਪੋਲੀਟੀਕਲ ਤੋਂ ਪਹਿਲਾਂ ਉਹ ਗਾਇਕ ਸਨ ਤਾਂ ਉਸਤਾਦ ਜੀ ਪੂਰਨ ਸ਼ਾਹ ਕੋਟੀ ਹੋਣਾ ਨਾਲ ਔਰ ਹੰਸਰਾਜ ਹੰਸ ਨਾਲ ਬਹੁਤ ਪਿਆਰ ਸੀ। ਔਰ ਹੰਸਰਾਜ ਹੰਸ ਜੀ ਨੇ ਸਪੈਸ਼ਲ ਆਫਰ ਕੀਤੀ ਸੀ ਵੀ ਤੁਸੀਂ ਸਿਰਫ ਜਾ ਕੇ ਤੇ ਦਿੱਲੀ ਜਾ ਕੇ ਰਿਕਾਰਡਿੰਗ ਕਰਾਇਆ ਨੇ ਟੀ ਸੀਰੀਜ਼ ਦੇ ਵਿੱਚ, ਮੈਂ ਉਹਨਾਂ ਨੂੰ ਫੋਨ ਕਰ ਦੇਵਾਂਗਾ ਤੇ ਤੁਸੀਂ ਸਿਰਫ ਜਾ ਕੇ ਰਿਕਾਰਡਿੰਗ ਕਰਨੀ, ਹੋ ਤੁਸੀਂ ਕੁਝ ਨਹੀਂ ਕਰਨਾ। ਪਰ ਉਹ ਉਚੇਚ ਕਹਿੰਦੇ ਮੈਂ ਜਾਵਾਂਗਾ, ਉਹ ਕੱਲ ਨੂੰ ਫਿਰ ਪ੍ਰੋਗਰਾਮ ਵਗੈਰਾ ਤੇ ਜਾਣਾ ਪਏ, ਖੇਚਲ ਮੇਰੇ ਕੋਲ ਨਹੀਂ ਹੁੰਦੀ। ਮੈਨੂੰ ਜਿੰਨਾ ਕੁ ਆਉਂਦਾ, ਮੈਨੂੰ ਸਤਿਗੁਰ ਇਸੇ 'ਚ ਮੈਨੂੰ ਸ਼ੁਕਰ ਹੈ, ਇਸੇ ਵਿੱਚ ਮੈਂ ਖੁਸ਼ ਹਾਂ। ਮੈਨੂੰ ਬਹੁਤੇ ਦੀ ਉਚੇਚ ਦੀ ਕਿਸੇ ਦੀ ਲੋੜ ਨਹੀਂ, ਮੈਂ ਜਿੰਨਾ ਗੁਰੂ ਦੇ ਰਿਹਾ ਮੈਨੂੰ ਬੈਠੇ ਨੂੰ ਦੇ ਰਿਹਾ, ਬਹੁਤ ਹੈ ਮੇਰੇ ਲਈ। ਸੋ ਸਬਰ ਸੰਤੋਖ ਵਾਲਾ ਮਤਲਬ ਇਸ ਗੱਲ ਤੋਂ ਮੈਂ ਇਹ ਕਹਿਣਾ ਚਾਹੁੰਦਾ ਵੀ ਕੋਈ ਲਾਲਚੀ ਸੁਭਾਅ ਨਹੀਂ ਸੀ ਵੀ ਮੈਂ ਪੈਸੇ ਪਿੱਛੇ, ਕਿਉਂਕਿ ਅੱਜ ਕੱਲ ਸਾਰੇ ਗ੍ਰਸਤੀ ਸਭ ਨੂੰ ਪਤਾ ਵੀ ਖਰਚੇ ਬਹੁਤ ਨੇ, ਜਿੰਨੀ ਮਾਇਆ ਵੱਧ ਤੋਂ ਵੱਧ ਆਵੇ ਇਕੱਠੀ ਕਰਨ ਨੂੰ ਦੌੜਦੇ ਨੇ ਸਾਰੇ। ਪਰ ਉਹਨਾਂ ਨੇ ਕਦੀ ਇਹੋ ਜਿਹੀ ਉਚੇਚ ਨਹੀਂ ਕੀਤੀ ਵੀ ਜੋ ਸਤਿਗੁਰ ਦੇਵੇ ਉਸੇ ਵਿੱਚ ਹੀ ਸਬਰ ਆ ਜਾਵੇ, ਬਸ ਇਹੀ ਅਰਦਾਸ ਹੈ। ਤੋ ਉਸ ਤੋਂ ਇਲਾਵਾ ਨੈਸ਼ਨਲ ਲੈਵਲ ਤੋਂ ਇਲਾਵਾ ਇੰਟਰਨੈਸ਼ਨਲੀ ਤਕਰੀਬਨ ਜਰਮਨੀ, ਕੈਨੇਡਾ, ਇੰਗਲੈਂਡ ਸਨ 83-84 'ਚ ਹੀ ਗਏ ਸਨ। ਉੱਥੇ 1 ਸਾਲ ਲਈ ਸੰਗਤਾਂ ਨੇ ਆਣ ਨਹੀਂ ਦਿੱਤਾ, ਹਾਲਾਂਕਿ ਵੀਜ਼ਾ 6 ਮਹੀਨੇ ਦਾ ਲੈ ਕੇ ਗਏ, ਪਰ ਫਿਰ ਉਹਨਾਂ ਨੇ ਐਕਸਟੈਂਡ ਕਰਾਇਆ ਜਦੋਂ ਉਹਨਾਂ ਨੂੰ ਕੀਰਤਨ ਸੁਣਾਇਆ ਸਾਰਾ ਕੁਝ। ਤੇ ਫਿਰ ਤਕਰੀਬਨ 20 ਸਾਲ ਲਗਾਤਾਰ ਅਮਰੀਕਾ ਜਾਂਦੇ ਰਹੇ, 18 ਸਾਲ, ਔਰ 2008 ਤੱਕ ਦਾ ਵੀਜ਼ਾ ਸੀ। ਔਰ ਉਹਨਾਂ ਨੇ ਆਪ ਹੀ ਛੱਡਿਆ ਵੀ ਮੈਂ ਹੁਣ ਨਹੀਂ ਜਾਣਾ, ਵੀ ਮੇਰਾ ਹੁਣ ਮੈਂ ਹਰ 6 ਮਹੀਨੇ ਬਾਅਦ ਸੰਗਤਾਂ ਯਾਦ ਕਰਦੀਆਂ ਸਨ, ਹਰ 6 ਮਹੀਨੇ ਬਾਅਦ ਉਹਨਾਂ ਦੀ ਬੁਕਿੰਗ ਹੋ ਜਾਂਦੀ ਸੀ। ਤੇ ਉਹਨਾਂ ਨੇ ਆਪ ਹੀ ਤਿਆਗਿਆ ਵੀ ਮੈਂ ਹੁਣ ਨਹੀਂ ਜਾਣਾ, ਮੈਂ ਹੁਣ ਘਰ ਹੀ ਰਹਿਣਾ, ਜਿੰਨਾ ਮਤਲਬ ਸੇਵਾ ਕਰਨੀ ਸੀ ਬਾਹਰ ਦੀ, ਹੁਣ ਮੈਂ ਜੋ ਇੱਥੇ ਰਹਿ ਕੇ ਕਰਾਂਗਾ ਜੋ ਕਰਾਂਗਾ। ਔਰ ਅਖੀਰਲੇ ਸਾਹਾਂ ਤੱਕ ਤਕਰੀਬਨ 2019 ਤੱਕ ਉਹਨਾਂ ਨੇ ਜੀਵਨ ਬਤੀਤ ਕੀਤਾ ਔਰ ਇੱਥੇ ਸੰਗਤਾਂ ਦੀ ਸੇਵਾ ਕੀਤੀ। 2008 ਤੋਂ ਬਾਅਦ ਬਾਹਰ ਨਹੀਂ ਗਏ, ਉਹਨਾਂ ਨੇ ਤਿਆਗ ਦਿੱਤਾ ਸੀ। ਸੋ ਭਾਈ ਸਾਹਿਬ ਦੇ ਕੀਰਤਨ ਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਕਿ ਬਹੁਤ ਘੱਟ ਰਾਗੀ ਸਿੰਘਾਂ ਵਿੱਚ ਹੁੰਦੀ ਹੈ ਕਿ ਉਹ ਕਥਾ ਦੇ ਬੜੇ ਧਨੀ ਸਨ, ਵਿਦਵਾਨ ਸਨ। ਸੋ ਉਹ ਕਥਾ ਬਾਰੇ ਤੁਸੀਂ ਥੋੜਾ ਜਿਹਾ ਚਾਨਣਾ ਪਾਓ ਕਿ ਉਹਨਾਂ ਨੇ ਉਹਦੀ ਵੀ ਟ੍ਰੇਨਿੰਗ ਜਾਂ ਉਹਨਾਂ ਨੇ ਬੁੱਕਸ ਲਿਟਰੇਚਰ ਪੜ੍ਹ ਕੇ ਹੀ? ਜੀ ਹਰਜੋਤ ਜੀ, ਇਹ ਜਿੰਨੇ ਸਮਕਾਲੀ ਉਹਨਾਂ ਦੇ ਕੀਰਤਨੀ ਰਾਗੀ ਸਿੰਘ ਹੈਗੇ ਉਹ ਸਾਰੇ ਜਾਣਦੇ ਨੇ ਵੀ ਵਿਆਖਿਆ ਵਿੱਚ ਕਾਫੀ ਮੁਹਾਰਤ ਰੱਖਦੇ ਸਨ, ਵਿਆਖਿਆ ਲਈ ਪੜ੍ਹਦੇ ਬਹੁਤ ਸਨ, ਸਟੱਡੀ ਬਹੁਤ ਸੀ ਉਹਨਾਂ ਦੀ। ਔਰ ਮੈਂ ਤਕਰੀਬਨ ਜਦੋਂ ਦੇਖਦਾ ਸੀ ਉਹਨਾਂ ਨੇ ਆਪਣੀ ਵੱਖਰੀ ਲਾਇਬ੍ਰੇਰੀ ਬਣਾਈ ਹੋਈ ਸੀਗੀ ਤੇ ਉਹ ਉਸੇ 'ਚ ਹੀ ਰਹਿੰਦੇ ਸਨ, ਆਪਣੀਆਂ ਕਿਤਾਬਾਂ 'ਚ ਰੁੱਝੇ। ਉਹਨਾਂ ਨੂੰ ਕਿਸੇ ਨਾਲ ਕੋਈ ਬਹੁਤਾ ਨਹੀਂ ਸੀ ਵੀ ਕੌਣ ਆਇਆ ਕੌਣ ਗਿਆ, ਬਸ ਉਹਨਾਂ ਨੇ ਇੱਕ ਕਿਤਾਬ ਸ਼ੁਰੂ ਕਰਨੀ ਔਰ ਜਦੋਂ ਤੱਕ ਉਹਨੂੰ ਖਤਮ ਨਹੀਂ ਸੀ ਕਰ ਲੈਂਦੇ ਉਦੋਂ ਤੱਕ ਉਹਨਾਂ ਨੂੰ ਮਤਲਬ ਚੈਨ ਨਹੀਂ ਸੀ ਮਿਲਦਾ। ਔਰ ਦੂਸਰੀ ਗੱਲ ਇਹ ਵੀ ਉਹਨਾਂ ਦੀ ਮੈਮਰੀ ਬਹੁਤ ਸ਼ਾਰਪ ਸੀ, ਇੱਕ ਵਾਰੀ ਕਿਤਾਬ ਪੜ੍ਹ ਲਈ ਔਰ ਤਾਂ ਉਮਰ ਉਹਨਾਂ ਨੂੰ ਉਹ ਮੈਟਰ ਯਾਦ ਰਹਿੰਦਾ ਸੀ ਵੀ ਆਹ ਮੈਂ ਉਸ ਕਿਤਾਬ 'ਚ ਇਸ ਕਿਤਾਬ 'ਚ ਇਸ ਰਾਈਟਰ ਦੀ 'ਚ ਪੜ੍ਹਿਆ ਸੀ। ਔਰ ਇਸ ਗੱਲ ਨੂੰ ਆਪ ਜੀ ਦੇ ਪਿਤਾ ਜੀ ਵੀ ਬਹੁਤ ਬਖੂਬੀ ਜਾਣਦੇ ਨੇ ਵੀ ਵਿਆਖਿਆ ਕਰਕੇ ਉਹਨਾਂ ਨੂੰ ਬਹੁਤ ਸਤਿਕਾਰ ਔਰ ਮਾਣ ਮਿਲਦਾ ਸੀ। ਅੰਕਲ ਜੀ ਰਾਜਵਿੰਦਰ ਸਿੰਘ ਹੁਣੇ ਜੀ, ਰਾਜ ਜੀ, ਉਹਨਾਂ ਨੇ ਬਹੁਤ ਸਾਲ ਪਿਤਾ ਜੀ ਦੇ ਨਾਲ ਤਬਲੇ ਤੇ ਤਾਂ ਸੇਵਾ ਕਰਦੇ ਸੀ, ਲੇਕਿਨ ਬਹੁਤ ਪ੍ਰੇਮ ਪਿਆਰ ਇੰਨਾ ਸੀ ਵੀ ਉਹ ਜੇ ਆਪਾਂ ਅੱਖਰਾਂ 'ਚ ਬਿਆਨ ਕਰੀਏ ਤਾਂ ਨਹੀਂ ਹੋ ਸਕਦਾ। ਪਿਤਾ ਜੀ ਗਿਆਨ ਸਿੰਘ ਜੋਗੀ ਹੋਣਾ ਤੋਂ ਬਾਅਦ ਰਾਜ ਅੰਕਲ ਨੇ
ਉਹਨਾਂ ਨਾਲ ਕਾਫੀ ਸੇਵਾ ਕੀਤੀ, ਤਕਰੀਬਨ 10-12 ਸਾਲ ਦਾ ਸਾਥ, 12-14 ਸਾਲ ਦਾ ਸਾਥ ਰਿਹਾ। ਔਰ ਉਸ ਸਾਥ ਦੇ ਵਿੱਚ ਅੱਜ ਤੱਕ ਕਦੀ ਉਹਨਾਂ 'ਚ ਕੋਈ ਕੰਟਰੋਵਰਸੀ, ਕੋਈ ਗੱਲਬਾਤ ਮੈਂ ਨਹੀਂ ਆਪਣੇ ਹੋਸ਼ 'ਚ ਸੁਣੀ ਵੀ ਉਹਨਾਂ ਦੇ ਕਦੀ ਇੱਕ ਦੂਜੇ ਪ੍ਰਤੀ ਕੋਈ ਗੱਲ ਕੀਤੀ ਹੋਵੇ। ਸੋ ਐਸੇ ਮਤਲਬ ਗੁਰੂ ਦੀ ਕਿਰਪਾ ਸੀ, ਬਾਣੀ ਨਾਲ ਜੁੜੇ ਸੀ, ਲਿਟਰੇਚਰ ਬਹੁਤ ਪੜ੍ਹਦੇ ਸਨ ਪਿਤਾ ਜੀ ਡੈਡੀ। ਲਿਟਰੇਚਰ ਦੇ ਨਾਲ ਨਾਲ ਉਹਨਾਂ ਨੇ ਗੁਰਬਾਣੀ ਦੀਆਂ ਜਿਹੜੀਆਂ ਇੱਕ ਚੀਜ਼ ਦੀ ਵਿਆਖਿਆ ਨੂੰ 3-3 4-4 ਕਿਤਾਬਾਂ ਦੇ ਵਿੱਚ ਉਹਦੀ ਡਿਫਾਈਨ ਕਰਨਾ ਵੀ ਉਸ ਵਿੱਚ ਇਹ ਹੈ, ਉਸ ਵਿੱਚ ਇਹ ਹੈ, ਤਿੰਨਾਂ ਨੂੰ ਕੋਲੈਬੋਰੇਟ ਕਰਕੇ ਵੀ ਇਹਦੇ ਵਿੱਚੋਂ ਸਹੀ ਕਿਹੜੀ ਹੈ, ਢੁਕਦੀ ਕਿਹੜੀ ਹੈ, ਫਿਰ ਉਸ ਨੂੰ ਪ੍ਰਮਾਣਿਤ ਚੀਜ਼ ਨੂੰ ਸਟੇਜ ਤੇ ਬੋਲਦੇ ਸਨ। ਤੇ ਮੈਂ ਅਕਸਰ ਪੁੱਛਦਾ ਹੁੰਦਾ ਸੀ, ਮੈਂ ਕਈ ਵਾਰੀ ਪੁੱਛਦਾ ਸੀ ਕਿ ਡੈਡੀ ਤੁਸੀਂ ਇੰਨਾ ਪੜ੍ਹਦੇ ਕਿਉਂ? ਤਾਂ ਕਹਿੰਦੇ ਬੜੇ ਵਿਦਵਾਨ ਸੱਜਣ ਦਾ ਮੈਂ ਇੱਕ ਵਾਰੀ ਲੈਕਚਰ ਸੁਣ ਰਿਹਾ ਸੀ, ਤੇ ਉਹ ਕਹਿੰਦੇ ਵੀ ਭਾਈ ਸਾਹਿਬ ਜੀ ਤੁਸੀਂ ਬੋਲਣਾ ਹੋਵੇ 2-3 ਘੰਟੇ ਬੋਲਣਾ ਹੋਵੇ ਤਾਂ ਤੁਸੀਂ ਕਿੰਨੀ ਦੇਰ ਪੜ੍ਹਦੇ ਹੋ? ਕਹਿੰਦੇ 8 ਘੰਟੇ ਜੀ। ਉਹ ਕਹਿੰਦੇ ਜੇ ਤੁਸੀਂ 2 ਘੰਟੇ ਬੋਲਣਾ ਹੋਵੇ ਫਿਰ ਕਹਿੰਦੇ 6 ਘੰਟੇ। ਕਹਿੰਦੇ ਜੇ ਘੰਟਾ ਬੋਲਣਾ ਹੋਵੇ ਇੱਕ ਲਗਾਤਾਰ ਇੱਕ ਟੌਪਿਕ ਤੇ ਫਿਰ ਕਹਿੰਦੇ ਮੈਂ 2-3 ਘੰਟੇ ਤਾਂ ਪੜ੍ਹਨਾ ਹੀ ਪੈਂਦਾ। ਉਹ ਕਹਿੰਦਾ ਜੇ ਤੁਸੀਂ ਲਗਾਤਾਰ 6-7 ਘੰਟੇ ਬੋਲਣਾ ਹੋਵੇ ਉਹ ਫਿਰ ਕਹਿੰਦੇ ਵੀ ਇਸ ਲਈ ਪੜ੍ਹਨ ਦੀ ਲੋੜ ਨਹੀਂ, ਕਿਉਂਕਿ 6-7 ਘੰਟੇ ਜਿਹੜੀਆਂ ਉਹ ਗੱਲਾਂ ਹੀ ਹੁੰਦੀਆਂ, ਉਹ ਵਿਆਖਿਆ ਜਾਂ ਕੋਈ ਸਾਰਥਕ ਅਰਥ ਵਾਲੀ ਗੱਲ ਨਹੀਂ ਹੁੰਦੀ। ਸੋ ਇਸ ਗੱਲ ਕਰਕੇ ਵੀ ਜੇ ਤੁਸੀਂ ਥੋੜੀ ਦੇਰ ਕੀਰਤਨ ਕਰਨਾ ਹੈ, ਉਸ ਕੀਰਤਨ ਦੀ ਪ੍ਰਧਾਨਤਾ ਔਰ ਸ਼ਬਦ ਦੇ ਜੇ ਮੇਨ ਉਹਦਾ ਅਰਥ ਹੈ, ਜੇ ਉਸ ਨੂੰ ਤੁਸੀਂ ਪਾਰਟਿਕੂਲਰਲੀ ਤੁਸੀਂ ਥੋੜੇ ਸਮੇਂ ਵਿੱਚ ਸਮਝਾਉਣਾ ਹੈ ਤਾਂ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਤੁਸੀਂ ਆਸੇ-ਪਾਸੇ ਦੀ ਨੌਲੇਜ ਇਕੱਠੀ ਕਰਕੇ ਤਾਂ ਕਿ ਅਗਲੇ ਨੂੰ ਸਰਲ ਭਾਸ਼ਾ ਵਿੱਚ ਤੁਸੀਂ ਸਮਝਾ ਸਕੋ ਵੀ ਗੁਰੂ ਕੀ ਬਾਣੀ ਇਹ ਤੁਹਾਨੂੰ ਆਖਰੀ ਇਹ ਆਪਾਂ ਨੂੰ ਉਪਦੇਸ਼ ਕਰ ਰਹੀ ਹੈ, ਇਹ ਉਸ ਸ਼ਬਦ ਦਾ ਅਰਥ ਹੈ। ਸੋ ਪੜ੍ਹਦੇ ਬਹੁਤ ਹੁੰਦੇ ਸਨ। ਕੁੱਲ ਮਿਲਾ ਕੇ ਗੱਲ ਇਹ ਵੀ ਉਹਨਾਂ ਦੀ ਸਟੱਡੀ ਬਹੁਤ ਜ਼ਿਆਦਾ ਸੀ। ਜਿਵੇਂ ਕਿ ਦੋਸਤੋ ਸਾਰਿਆਂ ਨੇ ਸੁਣਿਆ ਕਿ ਭਾਈ ਸਾਹਿਬ ਹੋਣਾ ਨੇ ਬਹੁਤ ਹੀ ਮਿਹਨਤ ਦੇ ਨਾਲ ਆਪਣੇ ਕੀਰਤਨ ਨੂੰ, ਕਥਾ ਵਿਚਾਰ ਨੂੰ ਨਿਖਾਰਿਆ, ਆਪਣੇ ਉੱਤੇ ਟਾਈਮ ਲਾਇਆ। ਤੇ ਆਪਾਂ ਹੁਣ ਜਾਣਾਂਗੇ ਕਿ ਉਹਨਾਂ ਦੇ ਸਾਥੀਆਂ ਬਾਰੇ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਉਹਨਾਂ ਦੇ ਨਾਲ ਕੀਰਤਨ ਰੂਪ 'ਚ ਸੇਵਾ ਦਿੱਤੀ, ਉਹਨਾਂ ਦੇ ਸਹਾਇਕ ਸਾਥੀ ਬਣ ਕੇ, ਉਹਨਾਂ ਬਾਰੇ ਥੋੜਾ ਜਿਹਾ ਤੁਸੀਂ ਚਾਨਣਾ ਪਾਓ ਸੰਗਤਾਂ ਨਾਲ। ਸਾਥੀ ਹਰਜੋਤ ਸਿੰਘ ਜੀ ਪਹਿਲਾਂ ਤਾਂ ਮੈਂ ਜ਼ਿਕਰ ਕਰ ਚੁੱਕਾ ਵੀ ਆਪ ਜੀ ਦੇ ਪਿਤਾ ਜੀ ਰਾਜ ਅੰਕਲ ਜੀ ਬਹੁਤ ਦੇਰ ਉਹਨਾਂ ਨੇ ਤਬਲੇ ਤੇ ਸੇਵਾ ਕੀਤੀ, ਜੋ ਆਪਣੇ ਆਪ ਵਿੱਚ ਇੱਕ ਵੱਖਰੀ ਸ਼ਖਸੀਅਤ ਨੇ। ਬਹੁਤ ਉਸਤਾਦ ਤਬਲਾ ਨਵਾਜ਼ ਨੇ ਜਲੰਧਰ ਦੇ, ਔਰ ਬਹੁਤ ਸ਼ਾਗਿਰਦਾਂ ਨੂੰ ਤਾਲੀਮ ਵੀ ਦਿੱਤੀ ਉਹਨਾਂ ਨੇ। ਉਹਨਾਂ ਨਾਲ ਡੈਡੀ ਦਾ ਬਹੁਤ ਮੇਲ ਮਿਲਾਪ ਔਰ ਸਾਥ ਰਿਹਾ। ਔਰ ਸਾਈਡ ਤੇ ਜਦੋਂ ਦੀ ਮੈਂ ਹੋਸ਼ ਸੰਭਾਲੀ, ਮੇਰੇ ਚਾਚਾ ਜੀ, ਸਕੇ ਚਾਚਾ ਜੀ ਭਾਈ ਮੋਹਨ ਸਿੰਘ ਜੀ, ਜੋ ਅੱਜ ਕੱਲ ਅਮਰੀਕਾ ਵਿੱਚ ਨੇ, ਔਰ ਤਿੰਨਾਂ ਨੇ ਪਿਤਾ ਜੀ ਦੇ ਨਾਲ ਬਹੁਤ ਸਾਥ ਨਿਭਾਇਆ ਔਰ ਅਖੀਰਲੇ ਦਮ ਤੱਕ ਨਿਭਾਇਆ। ਖੈਰ ਜਦੋਂ ਉਹਨਾਂ ਦਾ ਬਾਹਰ ਦਾ ਬਣ ਗਿਆ, PR ਅਪਲਾਈ ਹੋ ਗਈ ਉਹਨਾਂ ਦੀ, ਇਮੀਗ੍ਰੈਂਟ ਉਹ ਇੱਥੋਂ ਗਏ ਤੇ ਫਿਰ ਥੋੜਾ ਜਿਹਾ ਸਾਥ ਟੁੱਟ ਗਿਆ। ਤੇ ਵੈਸੇ ਇਕੱਠੇ ਰਹੇ ਸਾਰੀ ਉਮਰ। ਹੁਣ ਵੀ ਉਹ ਜਿਸ ਤਰ੍ਹਾਂ ਵੀ ਮੈਨੂੰ ਪਿਤਾ ਜੀ ਦੀ ਥਾਂ ਤੇ ਐਜ਼ ਇਟ ਇਜ਼ ਸਪੋਰਟ ਕਰਦੇ ਨੇ ਵੀ ਬੇਟਾ ਤੂੰ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਤੇ ਅਸੀਂ ਬੈਠੇ ਹਾਂ, ਜਦ ਤੱਕ ਅਸੀਂ ਬੈਠੇ ਹਾਂ ਉਦ ਤੱਕ ਤੈਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਮਤਲਬ ਬਜ਼ੁਰਗਾਂ ਦਾ, ਵੱਡਿਆਂ ਦਾ ਆਸ਼ੀਰਵਾਦ ਹੀ ਤੁਹਾਡੇ ਲਈ ਬਹੁਤ ਮਾਇਨੇ ਰੱਖਦਾ। ਤਾਂ ਉਹ ਮੈਨੂੰ ਅੱਜ ਤੱਕ ਉਹ ਪਿਆਰ ਮਿਲ ਰਿਹਾ। ਮੈਂ ਖੁਸ਼ ਨਸੀਬ ਹਾਂ ਵੀ ਚਾਚਾ ਜੀ ਅੱਜ ਵੀ ਮੈਨੂੰ ਉਨਾ ਹੀ ਪਿਆਰ ਕਰਦੇ ਨੇ ਪਿਤਾ ਜੀ ਦੇ ਜਾਣ ਤੋਂ ਬਾਅਦ ਵੀ। ਸੋ ਉਮੀਦ ਕਰਾਂਗਾ ਵੀ ਅੱਗੇ ਵੀ ਉਹ ਇਸੇ ਤਰ੍ਹਾਂ ਹੀ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖੀ ਰੱਖਣਗੇ ਜੀ। ਇਹ ਤੇ ਹੋਈ ਸੀ ਭਾਈ ਸਾਹਿਬ ਦੀ ਕੀਰਤਨ ਜਰਨੀ ਸੀ ਭਾਈ ਸਾਹਿਬ ਦੀ। ਤੇ ਆਪਾਂ ਹੁਣ ਗੱਲ ਕਰਾਂਗੇ ਭਾਈ ਸਾਹਿਬ ਦੇ ਬੈਕਗ੍ਰਾਉਂਡ ਜੀਵਨ 'ਚ ਕਿ ਉਹ ਕਿਹੋ ਜਿਹੇ ਫਾਈਨੈਂਸ਼ੀਅਲੀ ਤੌਰ ਤੇ ਜਾਂ ਸੋਸ਼ਲੀ ਤੌਰ ਤੇ ਕਿਹੋ ਜਿਹੇ ਉਹਨਾਂ ਦਾ ਬਚਪਨ ਜਾਂ ਜੀਵਨ ਸੀ ਤੇ ਮਿਹਨਤ ਕਰਕੇ ਉਹਨਾਂ ਨੇ ਅੱਜ ਮੁਕਾਮ ਹਾਸਿਲ ਕੀਤਾ। ਆਪਾਂ ਜਾਣਾਂਗੇ ਉਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਕੀ ਸੀਗਾ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਛੋਟਾ ਜਿਹਾ ਪਿੰਡ ਪੈਂਦਾ ਸਾਡਾ, ਮਾਨਸਰ ਦੇ ਕੋਲ, ਔਰ ਉੱਥੋਂ ਦੀ ਜੰਮਪਲ ਸੀ ਪਿਤਾ ਜੀ। ਬੜਾ ਪਿਛੜਿਆ ਜਾਂ ਵੀ ਨਹੀਂ ਕਹਿ ਸਕਦੇ, ਲੇਕਿਨ ਪਰ ਉਹ ਅਗਾਂਹ ਵਧੂ ਪਿੰਡ ਵੀ ਨਹੀਂ ਸੀ। ਮਤਲਬ ਮਿਡਿਓਕਰ ਜੀ ਰੇਂਜ ਦਾ ਸੀ ਪਿੰਡ ਜਿੱਥੋਂ ਇਹ ਉੱਠੇ ਨੇ। ਬੈਕਗ੍ਰਾਉਂਡ ਤਾਂ ਠੀਕ ਸੀ, ਸੋਲਿਡ ਸੀ, ਕੋਈ ਮਤਲਬ ਜ਼ਮੀਨ ਜਾਇਦਾਦ ਵੀ ਕਾਫੀ ਸੀ, ਸਾਰਾ ਕੁਝ ਸੀ। ਪਿੰਡ ਦੇ ਕਾਰਦਾਰ ਮੇਰੇ ਦਾਦਾ ਜੀ ਵਾਜਿਦ ਸਨ ਕਾਰਦਾਰ। ਕਾਫੀ ਜਿਹਦੇ ਕੋਲ ਜ਼ਮੀਨ ਹੋਵੇ ਉਹਨੂੰ ਉਦੋਂ ਉਪਾਧੀ ਮਿਲਦੀ ਸੀ ਕਾਰਦਾਰ ਦੀ। ਔਰ ਅੱਜ ਵੀ ਸਾਡਾ ਮਤਲਬ ਕਾਰਦਾਰਾਂ ਦਾ ਮਤਲਬ ਜੋ ਹੈ ਫੈਮਿਲੀ ਵੱਜਦੀ ਹੈ। ਲੇਕਿਨ ਉਸ ਨਾਲੋਂ ਜ਼ਮੀਨ ਜਾਇਦਾਦ ਨਾਲੋਂ ਡੈਡੀ ਦੀ ਅਟਰੈਕਸ਼ਨ ਘੱਟ ਸੀ, ਔਰ ਇਧਰ ਰਿਲੀਜੀਅਸ ਔਰ ਸੰਗੀਤਕ ਪੱਖ ਨਾਲ ਜ਼ਿਆਦਾ ਸੀ।
ਇਸੇ ਕਰਕੇ ਉਹਨਾਂ ਨੇ ਹੌਲੀ ਹੌਲੀ ਪਾਠ ਸਿੱਖਣਾ ਸ਼ੁਰੂ ਕੀਤਾ। ਪਾਠ ਸਿੱਖਦੇ ਜਿਵੇਂ ਉਹ ਮੈਨੂੰ ਦੱਸਦੇ ਸੀ ਵੀ ਮੈਂ ਤਕਰੀਬਨ ਕੋਈ 14 ਕੁ ਸਾਲ ਦੀ ਉਮਰ ਦੇ ਵਿੱਚ ਮੈਂ ਪਾਠ ਕਰਨੇ ਸ਼ੁਰੂ ਕਰ ਦਿੱਤੇ ਸਨ, ਜੀ ਤਾਂ ਕਿ ਇਹ ਉਪਜੀਵਿਕਾ ਵੀ ਚੱਲੇ ਔਰ ਮੈਂ ਪਰਪੱਕਤਾ ਹਾਸਲ ਕਰ ਸਕਾਂ ਬਾਣੀ ਵਿੱਚ। ਔਰ ਇਹ ਅੱਜ ਮੈਂ ਉਹ ਸੋਚਦਾ ਹੁੰਦਾ ਕਈ ਵਾਰੀ ਵੀ ਉਹਨਾਂ ਦੇ ਉਹ ਪਾਠ ਕੀਤੇ ਅੱਜ ਉਹਨਾਂ ਨੂੰ ਉਸ ਮੁਕਾਮ ਤੱਕ ਪਹੁੰਚ ਗਏ, ਕਿਉਂਕਿ ਗੁਰਬਾਣੀ ਜਿਹੜੀ ਉਹ ਅਥਾਹ ਸਾਗਰ ਹੈ, ਬਿਲਕੁਲ ਉਹਦਾ ਕੋਈ ਅੰਤ ਨਹੀਂ। ਉਸ ਵਿੱਚ ਪਾਰਟਿਕੂਲਰ ਕਿੱਥੇ ਵਿਸ਼ਰਾਮ ਲੱਗਣੇ ਨੇ, ਕਿਸ ਅਰਥ ਦਾ ਕਿਹੜੀ ਭਾਸ਼ਾ ਚੋਂ ਇਹ ਮਤਲਬ ਨਿਕਲਦਾ ਹੈ। ਉਹ ਅਕਸਰ ਕਹਿੰਦੇ ਹੁੰਦੇ ਸਨ ਵੀ ਵਿਆਖਿਆ ਜਿਹੜੀ ਕਰਨੀ ਹੈ, ਜਦ ਤੱਕ ਤੁਹਾਨੂੰ ਬਾਣੀ ਔਰ ਵਿਆਕਰਣ ਦੀ ਸੂਝ-ਬੂਝ ਨਹੀਂ ਹੈ, ਸਮਝ ਨਹੀਂ ਹੈ, ਭਾਸ਼ਾ ਦਾ ਗਿਆਨ ਨਹੀਂ ਹੈ, ਤੁਸੀਂ ਵਿਆਖਿਆ ਨਹੀਂ ਕਰ ਸਕਦੇ। ਇਸੇ ਕਰਕੇ ਉਹਨਾਂ ਨੇ ਭਾਸ਼ਾ ਵੀ ਬਹੁਤ ਸਟੱਡੀ ਕੀਤੀ, ਵਿਆਕਰਣ ਵੀ ਬਹੁਤ ਸਟੱਡੀ ਕੀਤੀ। ਇੱਕ ਬੜਾ ਸਿੰਪਲ ਜਿਹਾ ਸੈਂਟੈਂਸ ਬੋਲਦੇ ਸਨ, ਮੈਂ ਸੰਗਤਾਂ ਨਾਲ ਰੂਬਰੂ ਕਰਦਿਆਂ ਉਹਨਾਂ ਦਾ, ਜੀ ਬਿਲਕੁਲ ਬੜੀ ਨੌਲੇਜ ਵਾਲੀ ਗੱਲ ਸੀ। ਉਹ ਕਹਿੰਦੇ ਸੀ ਇੱਕ ਬੜਾ ਸਿੰਪਲ ਜਿਹਾ ਸੈਂਟੈਂਸ ਹੈ ਕਿ ਕੀ ਤੁਸੀਂ ਸਟੇਸ਼ਨ ਜਾਓਗੇ, ਇਸ ਦੇ ਵਿਸ਼ਰਾਮ ਵੱਖਰੇ ਵੱਖਰੇ ਕਰ ਦਿਓ, ਅਰਥ ਟੋਟਲੀ ਚੇਂਜ ਹੋ ਜਾਣਗੇ। ਬਿਲਕੁਲ ਕੀ ਤੁਸੀਂ ਸਟੇਸ਼ਨ ਜਾਓਗੇ, ਇੱਥੇ ਕੀ ਤੇ ਦਿੱਤਾ ਵੀ ਕੀ ਤੁਸੀਂ ਸਟੇਸ਼ਨ ਜਾਓਗੇ, ਦੂਸਰੇ ਤੁਸੀਂ ਤੇ ਦੇ ਦਿਓ ਕੀ ਤੁਸੀਂ ਸਟੇਸ਼ਨ ਜਾਓਗੇ, ਅਰਥ ਚੇਂਜ ਹੋ ਗਿਆ ਵੀ ਤੁਸੀਂ ਜਾਓਗੇ ਕਿ ਕੋਈ ਹੋਰ ਜਾਏਗਾ। ਕੀ ਤੁਸੀਂ ਸਟੇਸ਼ਨ ਜਾਓਗੇ, ਸਟੇਸ਼ਨ ਤੇ ਤੁਸੀਂ ਜ਼ੋਰ ਦਿੰਦੇ ਹੋ ਤਾਂ ਅਰਥ ਬਦਲ ਜਾਂਦੇ ਵੀ ਸਟੇਸ਼ਨ ਜਾਣਾ ਹੈ ਕਿ ਅੱਡੇ ਤੇ ਜਾਣਾ ਕਿ 에ਅਰਪੋਰਟ ਤੇ ਜਾਣਾ। ਇਸੇ ਤਰ੍ਹਾਂ ਗੁਰਬਾਣੀ, ਜਿਸੇ ਤਰ੍ਹਾਂ ਤੁਸੀਂ ਇੱਕ ਪੰਕਤੀ ਲੈ ਰਹੇ ਹੋ ਉੱਤੇ ਜੇ ਤੁਸੀਂ ਸਹੀ ਵਿਸ਼ਰਾਮ ਨਹੀਂ ਦਿੱਤਾ ਤੇ ਅਰਥ ਦਾ ਅਨਰਥ ਹੋ ਜਾਏ। ਬਿਲਕੁਲ ਬਿਲਕੁਲ ਉਸ ਕਰਕੇ ਉਹ ਸਟੱਡੀ ਤੁਹਾਨੂੰ ਬਹੁਤ ਕਰਨੀ ਪੈਂਦੀ ਸੀ ਵੀ ਭਾਸ਼ਾ ਦਾ ਗਿਆਨ, ਦੀਨ ਵਰਡ ਹੈਗਾ ਉਹ ਫਾਰਸੀ ਚੋਂ ਵੀ ਆਂਦਾ ਹੈ, ਉਹ ਸੰਸਕ੍ਰਿਤ ਚੋਂ ਵੀ ਆਂਦਾ ਹੈ, ਤਾਂ ਉਹ ਕਿਹੜੇ ਪ੍ਰਥਾਏ ਕਿੱਥੇ ਯੂਜ਼ ਕੀਤਾ ਗਿਆ ਉਹਦਾ ਜਦ ਤੱਕ ਤੁਹਾਨੂੰ ਪਾਰਟਿਕੂਲਰ ਨੌਲੇਜ ਨਾ ਹੋਵੇ ਤੁਸੀਂ ਉਸ ਦਾ ਵਿਖਿਆਨ ਨਹੀਂ ਕਰ ਸਕਦੇ। ਸੋ ਇਹ ਚੀਜ਼ਾਂ ਉਹਨਾਂ ਨੇ ਜੋ ਇਕੱਠੀਆਂ ਕੀਤੀਆਂ ਉਹ ਬਚਪਨ ਵਿੱਚ ਹੀ ਉਹਨਾਂ ਦੀ ਜਰਨੀ ਸ਼ੁਰੂ ਹੋ ਗਈ ਸੀ। 14 ਸਾਲ ਦੀ ਉਮਰ ਤੋਂ ਪਾਠ ਕਰਨਾ, ਫਿਰ ਹੌਲੀ ਹੌਲੀ ਕੀਰਤਨ ਵਾਲੇ ਪਾਸੇ ਰੁਚੀ, ਕੀਰਤਨ ਕਰਨਾ ਸ਼ੁਰੂ ਕੀਤਾ। ਫਿਰ ਜਲੰਧਰ ਵੀ ਆਏ ਥੋੜੀ ਦੇਰ, ਪਰ ਇੱਥੋਂ ਦੀ ਫਿਰ ਉਹਨਾਂ ਨੂੰ ਨਾਗਪੁਰ, ਮੇਰਠ, ਮਤਲਬ ਇੱਕ ਸਟਰਗਲਿੰਗ ਲਾਈਫ ਉਹਨਾਂ ਨੇ ਮਤਲਬ ਅਸੈਪਟ ਕੀਤੀ। ਹਾਲਾਂਕਿ ਉਹ ਘਰ ਰਹਿ ਕੇ ਜ਼ਮੀਨ ਜਾਇਦਾਦ ਸਾਂਭ ਸਕਦੇ ਸਨ ਸਾਰਾ ਕੁਝ, ਲੇਕਿਨ ਉਹਨਾਂ ਨਾਲ ਜੇ ਇੱਕ ਸ਼ੌਂਕ ਸੀ, ਉਹ ਇੱਕ ਆਪਣਾ ਜੋ ਇੱਕ ਵੀ ਉਹਨਾਂ ਦਾ ਇੱਕ ਏਮ ਸੀ ਵੀ ਮੈਂ ਗੁਰਬਾਣੀ ਵਾਲੇ ਪਾਸੇ ਕੀਰਤਨੀਆਂ, ਇੱਕ ਸਫਲ ਕੀਰਤਨੀਆਂ ਬਣਨਾ ਚਾਹੁੰਦਾ ਤਾਂ ਕਿ ਮੈਂ ਗੁਰਬਾਣੀ ਦੀ ਨੌਲੇਜ ਹਾਸਲ ਕਰਕੇ ਸੰਗਤਾਂ ਦੀ ਸੇਵਾ ਕਰ ਸਕਾਂ। ਸੋ ਉਹਨਾਂ ਨੇ ਅਚੀਵ ਕੀਤਾ ਆਪਣੀ ਹਯਾਤੀ ਵਿੱਚ, ਆਪਣੇ ਕਾਲ ਵਿੱਚ ਉਹਨਾਂ ਨੇ ਬਹੁਤ ਸਟਰਗਲ ਕੀਤੀ। ਜੀ ਜੀ ਇਹ ਬਹੁਤ ਮਿਹਨਤ ਦੇ ਨਾਲ ਕੀਰਤਨ ਦੀ ਸੇਵਾ ਉਹਨਾਂ ਨੇ ਕੀਤੀ ਸੰਗਤਾਂ ਦੀ। ਇਹ ਤੇ ਸੀ ਭਾਈ ਸਾਹਿਬ ਹੁਣਾਂ ਦਾ ਪ੍ਰੋਫੈਸ਼ਨਲ ਜੀਵਨ ਜਿਹਨੂੰ ਨੂੰ ਆਪਾਂ ਕਹਿ ਲਈਏ, ਪਰ ਹੁਣ ਆਪਾਂ ਥੋੜਾ ਜਿਹਾ ਭਾਈ ਸਾਹਿਬ ਦਾ ਪਰਸਨਲ ਜੀਵਨ ਜਿਹਨੂੰ ਅਸੀਂ ਨੇਚਰ ਦੀ ਗੱਲ ਕਰੀਏ ਕਿ ਉਹ ਬਹੁਤ ਹੀ ਹਸਮੁਖ ਮਿਜ਼ਾਜੀ ਸੀ ਤੇ ਮਜ਼ਾਕੀਆ ਵੀ ਸੀ। ਉਹਦੇ ਬਾਰੇ ਕੋਈ ਭਾਈ ਸਾਹਿਬ ਤੁਸੀਂ ਕੋਈ ਉਹਨਾਂ ਦੀ ਗੱਲ ਜਿਹੜੀ ਤੁਹਾਨੂੰ ਲੱਗਦੀ ਹੋਵੇ ਕਿ ਸੰਗਤਾਂ ਦੇ ਨਾਲ ਆਪਾਂ ਸ਼ੇਅਰ ਕਰੀਏ, ਕਿਉਂਕਿ ਮੈਨੂੰ ਪਰਸਨਲੀ ਪਤਾ ਕਿ ਮੈਂ ਜਦੋਂ ਵੀ ਮਿਲਦਾ ਸੀ ਉਹ ਬਹੁਤ ਹੀ ਹੱਸ ਕੇ ਖੇਡ ਕੇ ਮਿਲਦੇ ਸੀ ਅਤੇ ਮਜ਼ਾਕੀਆ ਸੁਭਾਅ ਉਹਨਾਂ ਦਾ ਸ਼ੁਰੂ ਤੋਂ ਹੀ ਰਿਹਾ। ਤੇ ਉਹ ਬਿਲਕੁਲ ਹਰਜੋਤ ਜੀ, ਉਹ ਨੇਚਰ ਹੀ ਐਸਾ ਸੀ। ਉਹ ਇੱਕ ਇਨਸਾਨ ਨੂੰ ਜੇ ਡਿਫਾਈਨ ਕਰੀਏ ਤੇ ਬਹੁਤ ਪੱਖੀ ਸ਼ਖਸੀਅਤ ਸਨ ਜੀ, ਸੰਗੀਤਕ 'ਚ ਵੀ ਮੁਹਾਰਤ, ਗੁਰਬਾਣੀ 'ਚ ਵੀ, ਵਿਆਖਿਆ 'ਚ ਵੀ ਔਰ ਸੁਭਾਅ ਵਿੱਚ ਵੀ। ਜੀ ਸੁਭਾਅ ਵਿੱਚ ਇਸ ਤਰ੍ਹਾਂ ਸੀ ਵੀ ਜਿਹੜਾ ਇੱਕ ਵਾਰੀ ਮਿਲ ਲੈਂਦਾ ਸੀ ਤੇ ਉਹ ਹਮੇਸ਼ਾ ਯਾਦ ਰੱਖਦਾ ਸੀ ਵੀ ਮੈਂ ਭਾਈ ਸਾਹਿਬ ਨੂੰ ਮਿਲਿਆ ਸੀ। ਜੀ ਬਿਲਕੁਲ। ਰੋਂਦੇ ਨੂੰ ਵੀ ਹਸਾਉਣ ਵਾਲਾ ਨੇਚਰ ਸੀ ਉਹਨਾਂ ਦਾ। ਉਹ ਕਹਿੰਦੇ ਵੀ ਉਹਨਾਂ ਦਾ ਇਹ ਕਹਿਣਾ ਸੀ ਵੀ ਦੁਨੀਆ ਤੋਂ ਲੈ ਕੇ ਜਾਣਾ, ਹੱਸਣਾ ਖੇਡਣਾ, ਤੁਸੀਂ ਹੱਸ ਖੇਡ ਕੇ ਜ਼ਿੰਦਗੀ ਜਿਓ, ਪਤਾ ਨਹੀਂ ਕਦੋਂ ਬੁਲਾਵਾ ਆ ਜਾਣਾ। ਸੋ ਹਮੇਸ਼ਾ ਸਾਰਿਆਂ ਨਾਲ, ਵੱਡੇ ਨਾਲ ਸਿਆਣਿਆਂ ਨਾਲ ਸਿਆਣੇ, ਬੱਚਿਆਂ ਦੇ ਨਾਲ ਬੱਚਿਆਂ ਵਾਲਾ ਵਿਹਾਰ, ਮਤਲਬ ਸਾਰੇ ਨੂੰ ਇਕੁਅਲ ਟਾਈਮ ਔਰ ਇਕੁਅਲ ਜਿਹੜੀ ਰਿਸਪੈਕਟ ਦਿੰਦੇ ਸਨ। ਉਹ ਐਸੀ ਸ਼ਖਸੀਅਤ ਮੈਂ ਅੱਜ ਤੱਕ ਸ਼ਾਇਦ ਅਜੇ ਤੱਕ ਮੈਂ ਕਿਸੇ ਨਾਲ ਵਿਚਰਿਆ ਨਹੀਂ ਐਸੀ ਜਲੰਧਰ ਵਾਲੇ। ਤੇ ਮੈਂ ਪੁੱਛਣਾ ਚਾਹੂੰਗਾ ਤੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੋ ਕਿ ਉਹਨਾਂ ਦੇ ਬੇਟੇ ਨੇ, ਕਿ ਭਾਈ ਸਾਹਿਬ ਦੀ ਜਿਹੜੀ ਅਚੀਵਮੈਂਟ ਵੈਸੇ ਤੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਸਰਾਹਿਆ ਗਿਆ, ਲੇਕਿਨ ਮੈਂ ਪੁੱਛਣਾ ਚਾਹਾਂਗਾ ਕਿ ਭਾਈ ਸਾਹਿਬ ਨੂੰ ਜਿਹੜੇ ਸਨਮਾਨ ਮਿਲੇ ਨੇ ਸੰਗਤਾਂ ਦੇ ਪਿਆਰ ਵਜੋਂ, ਉਹਨਾਂ ਬਾਰੇ ਥੋੜੀ ਜੀ ਤੁਸੀਂ ਜਾਣਕਾਰੀ ਸਾਡੀਆਂ ਸੰਗਤਾਂ ਨੂੰ ਜ਼ਰੂਰ ਦਿਓ। ਹਰਜੋਤ ਜੀ, ਸਨਮਾਨ ਤਾਂ ਜੇ ਗੱਲ ਕਰੀਏ ਵੀ ਮੇਰੇ ਹੋਸ਼ ਤੋਂ ਪਹਿਲਾਂ ਤੋਂ ਲੈ ਕੇ ਔਰ ਜਦੋਂ ਤੱਕ ਉਹ ਸਵਾਸ ਲੈਂਦੇ ਰਹੇ ਜੀ, ਸੰਗਤਾਂ ਵੱਲੋਂ ਅਥਾਹ ਸਨਮਾਨ ਔਰ ਪਿਆਰ, ਜੋ ਉਹਨਾਂ ਨੂੰ ਸੰਗਤਾਂ ਵੱਲੋਂ ਪਿਆਰ ਮਿਲਦਾ ਸੀ ਬਾਣੀ ਦੇ ਸਤਿਕਾਰ ਵਜੋਂ ਜਾਂ ਐਜ਼ ਅ ਗੁਰੂ ਕੇ ਕੀਰਤਨੀਆਂ ਵਜੋਂ,
ਉਹ ਕਿਸੇ ਸਨਮਾਨ ਦੀ ਜਾਂ ਕਿਸੇ ਚਿੰਨ੍ਹ ਦਾ ਮੁਹਤਾਜ ਨਹੀਂ ਸੀ ਜੀ ਬਿਲਕੁਲ, ਕਿਉਂਕਿ ਜੋ ਸੰਗਤਾਂ ਦਾ ਪਿਆਰ ਸੀ ਉਹ ਦਿਲੀ ਪਿਆਰ ਸੀ ਉਹਨਾਂ ਲਈ ਜੀ ਬਿਲਕੁਲ, ਔਰ ਉਹ ਸਭ ਤੋਂ ਵੱਡਾ ਸਨਮਾਨ ਉਹ ਨਾਲ ਲੈ ਕੇ ਗਏ ਦਰਬਾਰ ਦੇ ਵਿੱਚ। ਜੀ ਬਿਲਕੁਲ, ਗੁਰੂ ਸਾਹਿਬ ਕਿਰਪਾ ਕਰਨ। ਔਰ ਜੋ ਮੇਰੀ ਹੋਸ਼ ਦੇ ਵਿੱਚ ਮੈਨੂੰ ਜੋ ਦੱਸਦੇ ਰਹੇ ਵੀ ਇੰਦੌਰ ਤੋਂ ਬੰਬੇ ਤੋਂ ਜੋ ਸਪੈਸ਼ਲ ਸਨਮਾਨ ਹੋਏ ਉਹਨਾਂ ਨੂੰ ਬੁਲਾ ਕੇ ਜੀ ਖਾਰ ਗੁਰਦੁਆਰਾ ਸਾਹਿਬ ਤੋਂ ਉੱਥੋਂ, ਔਰ ਸਿੰਧੀ ਬਰਾਦਰੀ ਹੈ ਭਾਈ ਚਤਰ ਸਿੰਘ ਸਿੰਧੀ ਜੀ ਉਲਾਸ ਨਗਰ ਤੋਂ, ਉੱਥੇ ਉਹਨਾਂ ਦਾ ਸਪੈਸ਼ਲ ਸਨਮਾਨ ਹੋਇਆ ਜੀ ਕਿਉਂਕਿ ਉਹ ਵਿਆਖਿਆ ਜਦੋਂ ਕਰਦੇ ਸਨ। ਇੱਕ ਖਾਸੀਅਤ ਮੈਂ ਤੁਹਾਨੂੰ ਪਹਿਲਾਂ ਵੀ ਕਰ ਚੁੱਕਾ ਵੀ ਉਹਨਾਂ ਦਾ ਭਾਸ਼ਾ ਤੇ ਬਹੁਤ ਪਕੜ ਸੀ, ਉਹ ਹਿੰਦੀ ਵਿੱਚ ਵੀ ਵਿਆਖਿਆ ਕਰਦੇ ਸਨ ਔਰ ਉੱਥੋਂ ਦੀਆਂ ਸੰਗਤਾਂ ਉਹ ਬਹੁਤ ਪਸੰਦ ਕਰਦੀਆਂ ਸਨ ਹਿੰਦੀ ਵਿੱਚ, ਕਿਉਂਕਿ ਉਹਨਾਂ ਦੀ ਬੋਲੀ ਹਿੰਦੀ ਹੈ ਜੀ ਔਰ ਹਿੰਦੀ ਵਿੱਚ ਉਹਨਾਂ ਨੂੰ ਗੁਰਬਾਣੀ ਦੀ ਪੂਰਨ ਵਿਆਖਿਆ, ਜੋ ਸ਼ਬਦ ਦਾ ਪੂਰਨ ਅਰਥ ਸੀ ਉਹ ਸਮਝਾਉਣਾ ਸੀ, ਉਹ ਸਮਝਾਇਆ। ਉਸ ਕਰਕੇ ਉਹਨਾਂ ਦਾ ਬਹੁਤ ਉੱਥੇ ਰਿਗਾਰਡ ਕਰਦੇ ਸਨ। ਸੋ ਹੋਰ ਦੇਸ਼ ਵਿਦੇਸ਼ਾਂ ਵਿੱਚ ਤਾਂ ਬਹੁਤ ਜ਼ਿਆਦਾ, ਅਮਰੀਕਾ ਬਹੁਤ ਪਿਆਰ ਸੰਗਤਾਂ ਨੇ ਦਿੱਤਾ, ਬਹੁਤ ਮਾਨ ਸਨਮਾਨ ਦਿੱਤਾ। ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਜੀ ਦੀ ਜੋ ਚਰਨ ਛੋਹ ਪ੍ਰਾਪਤ ਧਰਤੀ ਹੈ, ਉਸ ਤੋਂ ਤਕਰੀਬਨ ਹਰ ਸਾਲ ਜੋ ਸਮਾਗਮ ਹੁੰਦਾ ਹੈ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ, ਉਸ ਵਿੱਚ ਹਰ ਸਾਲ ਉਹਨਾਂ ਨੂੰ ਸਪੈਸ਼ਲ ਉੱਥੇ ਹਾਜ਼ਰੀ ਭਰਨ ਲਈ ਹੁਕਮ ਕੀਤਾ ਜਾਂਦਾ ਸੀ। ਔਰ 2-3 ਸਾਲ ਤਕਰੀਬਨ ਉਹਨਾਂ ਨੇ ਜੋ ਲਾਈਵ ਵਿੱਚ ਕੀਤੀ ਹੈ, ਜੋ ਡੀਡੀ ਪੰਜਾਬੀ ਵੱਲੋਂ ਲਾਈਵ ਵੀ ਚੱਲਦਾ ਰਿਹਾ। ਫਿਰ ਤਕਰੀਬਨ ਕੁਝ ਸਿਹਤ ਨੇ ਸਾਥ ਨਹੀਂ ਦਿੱਤਾ, ਫਿਰ ਉਹਨਾਂ ਨੇ ਡ੍ਰੌਪ ਕਰ ਦਿੱਤਾ। 3 ਸਾਲ ਤਕਰੀਬਨ ਲਗਾਤਾਰ ਉਹਨਾਂ ਨੇ ਇਹ ਕੀਤਾ। ਔਰ ਮੈਂ ਵਿਸ਼ੇਸ਼ ਹੀ ਧੰਨਵਾਦ ਵੀ ਕਰਾਂਗਾ ਮੇਰੇ ਬਹੁਤ ਸਤਿਕਾਰਤ ਔਰ ਪੰਥ ਦੀ ਮਾਇਨਾਜ਼ ਹਸਤੀ ਹੈ ਸਰਦਾਰ ਤੀਰਥ ਸਿੰਘ ਢਿੱਲੋਂ ਜੀ, ਜੋ ਪਿਤਾ ਜੀ ਨਾਲ ਮਤਲਬ ਬਹੁਤ ਜ਼ਿਆਦਾ ਪਿਆਰ, ਉਹ ਦੋਨੋਂ ਭਰਾਵਾਂ ਵਾਂਗ ਵਿਚਰਦੇ ਸਨ। ਮੈਂ ਉਹਨਾਂ ਨੂੰ ਕਹਿਣਾ ਵੀ ਤਾਇਆ ਜੀ ਆ, ਤੇ ਉਹਨਾਂ ਨੇ ਹੁਕਮ ਕਰ ਦੇਣਾ ਵੀ ਭਰਾ ਤੁਸੀਂ ਸੁਲਤਾਨਪੁਰ ਲੋਧੀ ਵੀ ਇਸ ਵਾਰੀ ਕੀਰਤਨ ਦੀ ਹਾਜ਼ਰੀ ਜ਼ਰੂਰ ਭਰਨੀ ਹੈ। ਔਰ ਉਹਨਾਂ ਦੀ ਹੁਕਮ ਨਾਲ 2 ਵਾਰੀ ਜੋ ਗੁਰੂ ਰਾਮਦਾਸ ਜੋ ਦਰਬਾਰ ਉੱਥੇ ਮੰਜੀ ਸਾਹਿਬ ਜੋ ਰਾਗ ਦਰਬਾਰ ਹੁੰਦਾ ਹੈ, ਉਸ ਵਿੱਚ ਵੀ ਸ਼ਮੂਲੀਅਤ ਕਰਨ ਦਾ ਜੋ ਇੱਕ ਵਾਰੀ ਮੈਨੂੰ ਮੌਕਾ ਮਿਲਿਆ, ਇੱਕ ਵਾਰੀ ਕੋਈ ਹੋਰ ਤਬਲੇ ਤੇ ਸਿੰਘ ਇਸ ਨੇ, ਇੱਕ ਵਾਰੀ ਮੈਨੂੰ ਮੌਕਾ ਮਿਲਿਆ ਤਬਲੇ ਤੇ ਸ਼ਮੂਲੀਅਤ ਕਰਨ ਦਾ, ਉਸ ਦੇ ਵਿੱਚ ਵੀ ਪਿਤਾ ਜੀ ਨੇ ਮਤਲਬ ਹਾਜ਼ਰੀ ਭਰੀ ਹੈ। ਸੋ ਸਨਮਾਨ, ਮਾਨ ਸਨਮਾਨ, ਚਿੰਨ੍ਹ ਗੁਰੂ ਰਾਮਦਾਸ ਸੰਗੀਤਕ ਅਕੈਡਮੀ ਜੋ ਬੜੀ ਇੱਕ ਵਿਲੱਖਣ ਅਕੈਡਮੀ ਹੈ, ਜਿੱਥੇ ਗੁਰਸਿੱਖਾਂ ਨੂੰ, ਗੁਰਸਿੱਖ ਮੀਤ ਪਿਆਰਿਆਂ ਨੂੰ ਜੋ ਇਹ ਕੀਰਤਨ ਦੀ ਜੋ ਫੁਲਵਾੜੀ ਵਿੱਚ ਫੁੱਲ ਜੋ ਖਿੜਦੇ ਨੇ ਉਹਨਾਂ ਨੂੰ ਮਹਿਕਾਉਣ ਦਾ, ਉਹਨਾਂ ਨੂੰ ਹੋਰ ਰੰਗ ਗੂੜਾ ਕਰਨ ਦਾ ਜੋ ਉੱਥੇ ਸਿਖਲਾਈ ਦਿੱਤੀ ਜਾਂਦੀ ਹੈ। ਗੁਰੂ ਸਾਹਿਬ ਵੱਲੋਂ ਬੜੀ ਅਪਾਰ ਕਿਰਪਾ ਹੋਈ। ਉਹਨਾਂ ਨੇ ਵੀ ਗੁਰੂ ਰਾਮਦਾਸ ਸੰਗੀਤ ਅਕੈਡਮੀ ਔਰ ਉਹਨਾਂ ਦੇ ਸੰਚਾਲਕਾਂ ਨੇ, ਉਹਨਾਂ ਦੇ ਮਾਨਯੋਗ ਮੈਂਬਰਾਂ ਨੇ ਵੀ ਪਿਤਾ ਜੀ ਨਾਲ ਅਥਾਹ ਸਨੇਹ ਔਰ ਪਿਆਰ ਦਾ ਸਬੂਤ ਦਿੰਦੇ ਉਹਨਾਂ ਨੂੰ ਕਈ ਵਾਰੀ ਸਨਮਾਨ ਕੀਤਾ। ਔਰ ਵਿਸ਼ੇਸ਼ ਧੰਨਵਾਦ ਹੈ ਉਹਨਾਂ ਦਾ, ਜਿਨ੍ਹਾਂ ਨੇ ਜਦੋਂ ਪਿਤਾ ਜੀ ਥੋੜੀ ਸਰੀਰਕ ਢਿੱਲ ਮੱਠ ਚੱਲ ਰਹੀ ਸੀ, ਉਦੋਂ ਅਰਦਾਸ ਬੇਨਤੀ ਵੀ ਸਪੈਸ਼ਲ ਸਮਾਗਮ ਰੱਖ ਕੇ ਪਿਤਾ ਜੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਵੀ ਕੀਤੀ ਸੀ। ਸੋ ਉਹਨਾਂ ਵੱਲੋਂ ਵੀ ਵਿਸ਼ੇਸ਼ ਸਨਮਾਨ ਹੋਇਆ। ਹੋਰ ਕਈ ਸਨਮਾਨ ਨੇ ਜੋ ਸ਼ਾਇਦ ਮੈਂ ਸਾਰੇ ਮੈਨੂੰ ਮੈਮੋਰਾਈਜ਼ ਵੀ ਨਹੀਂ ਨੇ। ਸੋ ਬਹੁਤ ਸੰਗਤਾਂ ਵੱਲੋਂ ਪਿਆਰ ਮਿਲਿਆ ਉਹਨਾਂ ਨੂੰ ਜੀਵਨ ਕਾਲ ਵਿੱਚ। ਹੁਣ ਆਪਾਂ ਗੱਲ ਕਰਾਂਗੇ ਭਾਈ ਸਾਹਿਬ ਦੇ ਬੇਟੇ ਬਬਲੂ ਜੀ, ਭਾਈ ਹਰਜਿੰਦਰ ਸਿੰਘ ਜੀ, ਜਿਨ੍ਹਾਂ ਨੇ ਹੁਣ ਆਪਣਾ ਇੱਕ ਕੀਰਤਨੀ ਜਥਾ, ਇੱਕ ਅਲੱਗ ਰੂਪ ਆਪਣੇ ਆਪ ਨੂੰ ਕੀਰਤਨ ਦੇ ਵਿੱਚ ਸੰਗਤਾਂ ਦੀ ਸੇਵਾ ਵਾਸਤੇ, ਜਿਵੇਂ ਕਿ ਉਹਨਾਂ ਦੇ ਫਾਦਰ ਸਾਹਿਬ ਕਰ ਰਹੇ ਸੀ, ਤੇ ਉਵੇਂ ਹੀ ਉਹਨਾਂ ਨੇ ਕੀਰਤਨ ਦੀ ਸੇਵਾ ਸ਼ੁਰੂ ਕੀਤੀ ਹੈ। ਅਸੀਸ ਦਿੰਦੇ ਹਾਂ ਸਾਰੀਆਂ ਸੰਗਤਾਂ ਮਿਲ ਕੇ ਭਾਈ ਸਾਹਿਬ ਹੁਣਾਂ ਨੂੰ। ਭਾਈ ਸਾਹਿਬ ਬਾਰੇ ਜਾਣਕਾਰੀ ਲੈਂਦੇ ਹਾਂ ਕਿ ਭਾਈ ਸਾਹਿਬ ਜੀ ਤੁਸੀਂ ਕੀਰਤਨ ਦੀ ਸੇਵਾ ਹੈਡ ਰਾਗੀ ਜਿਹਨੂੰ ਅਸੀਂ ਕਹਿ ਲਈਏ, ਕਦੋਂ ਤੋਂ ਸ਼ੁਰੂ ਕੀਤੀ? ਕੀਰਤਨ ਤਾਂ ਹਰਜੋਤ ਜੀ ਮੈਂ ਤਕਰੀਬਨ ਜਦੋਂ ਦੀ ਹੋਸ਼ ਸੰਭਾਲੀ ਉਦੋਂ ਤੋਂ ਹੀ ਕਰਦਾ ਆ ਰਿਹਾ। ਪਹਿਲਾਂ ਮੈਂ ਪਿਤਾ ਜੀ ਨਾਲ ਕੀਰਤਨ ਦੇ ਵਿੱਚ ਤਬਲੇ ਤੇ ਸੀਗਾ ਜੀ, ਤਬਲੇ ਤੇ ਕਾਫੀ ਸੰਗਤ ਕੀਤੀ ਔਰ ਤਬਲੇ ਤੇ ਕਰਦੇ ਕਰਦੇ ਕਾਫੀ ਨੌਲੇਜ ਐਕਸੈਪਟ ਕੀਤੀ, ਕਿਉਂਕਿ ਜੋ ਤੁਸੀਂ ਸੁਣਦੇ ਹੋ, ਸੁਣਨ ਨਾਲ ਬਹੁਤ ਛੇਤੀ ਤੁਸੀਂ ਗੇਨ ਕਰਦੇ ਹੋ। ਬਿਲਕੁਲ। ਔਰ ਫਿਰ ਉਹਨਾਂ ਨੇ ਮੈਨੂੰ ਸਾਈਡ ਤੇ ਵੀ ਮੌਕਾ ਦਿੱਤਾ ਜਦੋਂ ਮੈਂ ਗੁਰੂ ਜੀ ਮੋਹਨ ਮਲਸਿਆਣੀ ਜੀ ਪਾਸੋਂ ਜੀ ਗੁਣ ਲਿਆ, ਸੰਗੀਤਕ ਵਿਦਿਆ ਥੋੜੀ ਬਹੁਤੀ ਜਿਤਨੀ ਕਿ ਗੁਰੂ ਨੇ ਬੁੱਧ ਬਖਸ਼ੀ ਸੀ ਉਸ ਮੁਤਾਬਕ। ਔਰ ਫਿਰ ਮੈਂ ਪਿਤਾ ਜੀ ਨਾਲ ਸਾਈਡ ਤੇ ਵੀ ਕਾਫੀ ਦੇਰ ਕੰਮ ਕੀਤਾ ਜੀ, ਔਰ ਉੱਥੋਂ ਵੀ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਔਰ ਹੁਣ ਜਦੋਂ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ, ਸੋ ਉਹਨਾਂ ਦੇ ਨਾਮ ਨੂੰ ਅੱਗੇ ਤੋਰਨ ਲਈ ਜੀ ਜੋ ਆਪ ਭਰਾਵਾਂ ਦੀ ਪ੍ਰੇਰਨਾ ਸਦਕਾ ਔਰ ਬਾਕੀ ਜਿਤਨੇ ਵੀ ਕੀਰਤਨੀਏ
ਔਰ ਜਿਤਨੇ ਗੁਣੀ ਗਿਆਨੀ ਉਹਨਾਂ ਨੂੰ ਸੁਣਦੇ ਸਨ, ਜੀ ਉਹਨਾਂ ਦੇ ਹੁਕਮ ਨੂੰ ਮੰਨਦਿਆਂ ਹੋਇਆ ਫਿਰ ਮੈਂ ਉਹਨਾਂ ਦੀ ਅੱਗੇ ਲੀਹ ਨੂੰ ਤੋਰਦਿਆਂ ਹੋਇਆ ਮੈਂ ਕੋਸ਼ਿਸ਼ ਕਰਾਂਗਾ ਵੀ ਉਹਨਾਂ ਦੇ ਨਾਮ ਨੂੰ ਸदैव ਜੀਵਤ ਰੱਖਿਆ ਜਾਵੇ। ਜੀ ਔਰ ਉਹਨਾਂ ਦੀ ਜੋ ਸ਼ੈਲੀ ਸੀ, ਉਹਨਾਂ ਦਾ ਜੋ ਇੱਕ ਵੱਖਰਾ ਸਟਾਈਲ ਸੀ ਕੀਰਤਨ ਦੇ ਵਿੱਚ, ਉਸ ਨੂੰ ਅਗਾਂਹ ਤੋਰਨ ਵਾਸਤੇ ਮੈਂ ਬੇਨਤੀ ਕਰਾਂਗਾ ਵੀ ਆਪ ਸਭ ਸੰਗਤਾਂ ਦੀ ਅਸੀਸਾਂ ਦੀ ਲੋੜ ਹੈ। ਆਪ ਅਸੀਸ ਔਰ ਅਰਦਾਸ ਕਰਨੀ ਕਿ ਮੈਂ ਵੀ ਭਾਈ ਅਜੀਤ ਸਿੰਘ ਰਾਗੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਸਕਾਂ। ਸੋ ਉਹਨਾਂ ਦੇ ਜਦੋਂ ਅਲਵਿਦਾ ਉਹਨਾਂ ਨੇ ਸੰਸਾਰ ਨੂੰ ਕਿਹਾ 2019 ਫਰਵਰੀ ਜੀ ਵਿੱਚ, ਉਸ ਤੋਂ ਬਾਅਦ ਫਿਰ ਮੈਂ ਉਹਨਾਂ ਦਾ ਜਥਾ ਜੋ ਹੈਂਡਲ ਕੀਤਾ, ਤੇ ਹੁਣ ਮੈਂ ਕਿਰਪਾ ਹੈ ਸਤਿਗੁਰ ਦੀ ਔਰ ਪਿਤਾ ਜੀ ਦਾ ਆਸ਼ੀਰਵਾਦ ਔਰ ਵੱਡਿਆਂ ਦੇ ਆਸ਼ੀਰਵਾਦ ਨਾਲ ਅੱਜ ਕੱਲ ਮੈਂ ਕੀਰਤਨ ਦੀ ਸੇਵਾ ਕਰ ਰਿਹਾ ਔਰ ਸੰਗਤਾਂ ਵੱਲੋਂ ਬਹੁਤ ਬੇਅੰਤ ਅਥਾਹ ਪਿਆਰ ਮਿਲ ਰਿਹਾ ਹੈ, ਜਿਸ ਦਾ ਮੈਂ ਹਮੇਸ਼ਾ ਰੇਡੀ ਰਵਾਂਗਾ। ਜੀ ਸੋ ਮੈਂ ਪੁੱਛਣਾ ਚਾਹੂੰਗਾ ਭਾਈ ਹਰਜਿੰਦਰ ਸਿੰਘ ਜੀ ਕੋ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਿਹੜੀ ਜਗ੍ਹਾ ਤੇ ਕੀਰਤਨ ਦੀ ਸੇਵਾ ਦੇ ਰਹੇ ਹੋ ਤੇ ਕਿਹੜੇ ਦੇਸ਼ ਦੇ ਵਿੱਚ ਆਪ ਜੀ ਸੰਗਤਾਂ ਦਾ ਪਿਆਰ ਲੈ ਚੁੱਕੇ ਹੋ, ਇਹਦੇ ਬਾਰੇ ਜ਼ਰੂਰ ਤੁਸੀਂ। ਇਸ ਵਕਤ ਮੈਂ ਗੁਰੂ ਅਮਰਦਾਸ ਨਗਰ ਵੇਰਕਾ ਮਿਲ ਪਲਾਂਟ ਕੋਲ ਜੀ ਜੋ ਗੁਰਦੁਆਰਾ ਸਾਹਿਬ ਸਿੰਘ ਸਭਾ ਹੈ, ਉਸ ਵਿੱਚ ਜੋ ਮੇਰੀ ਕੀਰਤਨ ਦੀ ਸੇਵਾ ਲੱਗੀ ਹੈ, ਜੀ ਸੰਗਤਾਂ ਵੱਲੋਂ ਹੁਕਮ ਸੀ, ਉੱਥੇ ਵੀ ਮੈਂ ਇੱਕ ਵਾਰੀ ਕੀਰਤਨ ਕੀਤਾ ਔਰ ਸੰਗਤਾਂ ਨੇ ਬਹੁਤ ਪਿਆਰ ਦਿੱਤਾ। ਜਿੱਥੇ ਤਕਰੀਬਨ ਜਦੋਂ ਮੈਨੂੰ ਪਤਾ ਲੱਗਾ ਵੀ ਇੱਥੇ 21 ਜਾਂ 22 ਜਥੇ ਆਡੀਸ਼ਨਸ ਦੇ ਚੁੱਕੇ ਨੇ ਜੀ ਔਰ ਮੈਂ ਅਖੀਰ ਵਿੱਚ ਸੁਭਾਵਕ ਹੀ ਉੱਥੇ ਗਿਆ, ਮੇਰਾ ਕੋਈ ਪਿਆਰ ਵਾਲੇ ਸਿੰਘ ਸਨ, ਉਹਨਾਂ ਨੂੰ ਮੇਰੀ ਗੱਲਬਾਤ ਹੋਈ ਤੇ ਜਦੋਂ ਆਪਾਂ ਪ੍ਰਧਾਨ ਸਾਹਿਬ ਨਾਲ ਵਾਰਤਾਲਾਪ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਕੱਲ੍ਹ ਆ ਕੇ ਕੀਰਤਨ ਸਾਨੂੰ ਸੁਣਾ ਦਿਓ। ਸੋ ਐਸੀ ਕਲਾ ਵਰਤੀ ਵੀ ਉਹ 22 ਜਥਿਆਂ ਦੇ ਵਿੱਚੋਂ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ। ਜੀ ਸੰਗਤਾਂ ਦਾ ਅੱਜ ਵੀ ਅਥਾਹ ਪਿਆਰ ਮਿਲ ਰਿਹਾ ਉੱਥੇ ਗੁਰੂ ਅਮਰਦਾਸ ਨਗਰ ਵੇਰਕਾ ਮਿਲ ਪਲਾਂਟ ਕੋਲੇ, ਉੱਥੇ ਮੈਂ ਅੱਜ ਕੱਲ੍ਹ ਕੀਰਤਨ ਦੀ ਸੇਵਾ ਕਰ ਰਿਹਾ। ਵੈਸੇ ਖੁੱਲੇ ਪ੍ਰੋਗਰਾਮ ਸੰਗਤਾਂ ਵੱਲੋਂ ਹੁਕਮ ਹੁੰਦਾ ਰਹਿੰਦਾ ਹੈ ਜੀ ਔਰ ਗਾਏ ਬਗਾਏ ਕਿਤੇ ਨਾ ਕਿਤੇ ਰੋਜ਼ ਤਕਰੀਬਨ ਕਿਤੇ ਨਾ ਕਿਤੇ ਸੰਗਤਾਂ ਦੇ ਹੁਕਮ ਨੂੰ ਮੰਨਦਿਆਂ ਹੋਇਆ ਕੀਰਤਨ ਦੀ ਸੇਵਾ ਲਈ ਜਾਈਦਾ ਹੈ। ਸੋ ਉਸ ਤੋਂ ਇਲਾਵਾ ਕੈਨੇਡਾ, ਆਸਟ੍ਰੇਲੀਆ, ਹਾਲੈਂਡ, ਯੂਰਪ ਦਾ ਟੂਰ ਲੱਗ ਗਿਆ। ਆਸਟ੍ਰੇਲੀਆ 2 ਵਾਰੀ ਜੀ ਔਰ ਕੈਨੇਡਾ ਤਾਂ ਕਾਫੀ ਵਾਰੀ ਹੋ ਗਿਆ। ਉੱਥੇ ਸੰਗਤਾਂ ਦਾ ਬਹੁਤ ਪਿਆਰ ਮਿਲਦਾ, ਉੱਥੇ ਵੀ ਸੰਗਤਾਂ ਦੇ ਹੁਕਮ ਨੂੰ ਮੰਨਦਿਆਂ ਹੋਇਆ ਕੀਰਤਨ ਦਾ ਸੇਵਾ ਕਰ ਚੁੱਕੇ ਹਾਂ ਜੀ। ਔਰ ਅੱਗੇ ਸਤਿਗੁਰ ਜਾਣਦੇ ਨੇ ਕਿੱਥੇ ਕਿੱਥੇ ਅਨਪਾਣੀ ਲਿਖਿਆ ਔਰ ਕਿੱਥੇ ਕਿੱਥੇ ਸੰਗਤਾਂ ਦੀ ਸੇਵਾ ਵਾਸਤੇ ਜਾਣਾ ਪੈਂਦਾ। ਬਿਲਕੁਲ ਜੀ। ਸੋ ਇਹ ਸੀ ਭਾਈ ਸਾਹਿਬ ਭਾਈ ਅਜੀਤ ਸਿੰਘ ਜੀ ਦੇ ਸਾਹਿਬਜ਼ਾਦੇ ਭਾਈ ਹਰਜਿੰਦਰ ਸਿੰਘ ਜੀ ਬਬਲੂ। ਸੋ ਦੋਸਤੋ, ਅੱਜ ਲੋੜ ਹੈ ਇਹੋ ਜਿਹੇ ਸੂਝਵਾਨ ਕੀਰਤਨੀਆਂ ਨੂੰ ਪ੍ਰਮੋਟ ਕਰਨ ਦਾ। ਸੋ ਅਸੀਂ ਸਾਰੇ ਰਲ ਮਿਲ ਕੇ ਇੱਕ ਪ੍ਰਮੋਸ਼ਨ ਦਾ ਹੀ ਆਪਾਂ ਚੈਨਲ ਸ਼ੁਰੂ ਕੀਤਾ ਹੈ, ਜਿਹਦੇ ਵਿੱਚ ਆਪਾਂ ਉਹਨਾਂ ਸ਼ਖਸੀਅਤਾਂ ਨੂੰ ਪ੍ਰਮੋਟ ਕਰੀਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਮਿਹਨਤ ਕਰਕੇ ਇੱਕ ਵੱਡਾ ਮੁਕਾਮ, ਜਿਵੇਂ ਕਿ ਭਾਈ ਅਜੀਤ ਸਿੰਘ ਜੀ ਦੀ ਆਪਾਂ ਗੱਲ ਕਰ ਰਹੇ ਸੀ, ਜਿੱਦਾਂ ਪਿਆਰ ਸੰਗਤਾਂ ਨੇ ਉਹਨਾਂ ਨੂੰ ਦਿੱਤਾ ਹੈ, ਉਨਾ ਹੀ ਪਿਆਰ ਆਪਾਂ ਰਲ ਮਿਲ ਕੇ ਭਾਈ ਹਰਜਿੰਦਰ ਸਿੰਘ ਜੀ ਨੂੰ ਦਈਏ। ਤੇ ਜੇ ਕੋਈ ਭਾਈ ਸਾਹਿਬ ਹੋਣਾ ਨਾਲ ਗੱਲ ਕਰਨਾ ਚਾਹਵੇ ਤੇ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਇਹਨਾਂ ਨਾਲ ਡਾਇਰੈਕਟ ਕਾਲ ਕਰ ਸਕਦਾ ਹੈ। ਸੋ ਲਾਸਟ ਵਿੱਚ ਭਾਈ ਸਾਹਿਬ ਜੀ, ਆਪ ਜੀ ਤੋਂ ਇੱਕ ਮੈਸੇਜ ਲੈਣਾ ਚਾਹੂੰਗਾ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਜਾਂ ਤੁਹਾਡੀ ਉਮਰ ਦੇ ਜਿਹੜੇ ਵੀ ਕੀਰਤਨੀਏ ਸਿੰਘ ਨੇ ਜਾਂ ਨਵੇਂ ਆ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਸ ਪ੍ਰੋਫੈਸ਼ਨ? ਹਰਜੋਤ ਸਿੰਘ ਜੀ, ਮੈਂ ਅਜੇ ਇੰਨਾ ਆਪਣੇ ਆਪ ਨੂੰ ਕਾਬਿਲ ਨਹੀਂ ਸਮਝਦਾ ਵੀ ਮੈਂ ਕਿਸੇ ਨੂੰ ਮੈਸੇਜ ਜਾਂ ਕਿਸੇ ਨੂੰ ਉਪਦੇਸ਼ ਜਾਂ ਸਲਾਹ ਦੇ ਸਕਾਂ ਜੀ। ਪਰ ਇੱਕ ਬੇਨਤੀ ਜ਼ਰੂਰ ਹੈ ਵੀ ਜਿਹੜੇ ਅੱਜ ਕੱਲ੍ਹ ਦੇ ਨਵੇਂ ਕੀਰਤਨੀਏ ਜਾਂ ਮੇਰੇ ਵੀਰ ਇਸ ਲਾਈਨ ਨੂੰ ਬਹੁਤ ਅਟਰੈਕਟਿਵ ਸਮਝ ਕੇ ਆ ਰਹੇ ਨੇ, ਕਿਰਪਾ ਕਰਕੇ ਆਪਣੇ ਫੀਲਡ ਦੇ ਵਿੱਚ ਕਿਸੇ ਵੀ ਫੀਲਡ 'ਚ ਜਾਓ। ਜੀ, ਜ਼ਰੂਰੀ ਨਹੀਂ ਤੁਸੀਂ ਕੀਰਤਨ 'ਚ ਆਉਣਾ, ਜ਼ਰੂਰੀ ਨਹੀਂ ਤੁਸੀਂ ਤਬਲੇ 'ਚ ਆਉਣਾ, ਕਿਸੇ ਵੀ ਫੀਲਡ 'ਚ ਜਾਓ। ਮੈਨੂੰ ਜੋ ਮੇਰੇ ਪਿਤਾ ਜੀ ਨੇ ਸਿਖਾਇਆ ਵੀ ਜਿਹੜਾ ਵੀ ਕੰਮ ਕਰੋ ਉਹ ਪੂਰਨ ਇਮਾਨਦਾਰੀ ਨਾਲ ਕਰੋ। ਆਪਣੇ ਆਪ ਨੂੰ ਉਸ ਕਾਬਿਲ ਬਣਾਓ ਵੀ ਹਾਂ ਮੈਂ ਇਹ ਕੰਮ ਕਰਨਾ ਔਰ ਇਸ ਕਾਬਿਲ ਮੈਂ ਬਣਾ ਵੀ ਇਸ ਕੰਮ 'ਚ ਮੈਂ ਪਰਫੈਕਟ ਹੋ ਸਕਾਂ। ਸੋ ਅੱਜ ਕੱਲ ਬੇਸਿਕ ਨੌਲੇਜ ਤੋਂ ਬਗੈਰ ਹੀ ਜਿਹੜੇ ਮੇਰੇ ਵੀਰ ਕਾਫੀ ਨਵੇਂ ਕੀਰਤਨੀਏ ਸਿੰਘ ਆ ਰਹੇ ਨੇ, ਬੇਨਤੀ ਹੱਥ ਜੋੜ ਕੇ ਗੁਜ਼ਾਰਿਸ਼ ਕਰਾਂਗਾ ਕਿ ਗੁਰਬਾਣੀ ਨੂੰ ਮੁੱਖ ਰੱਖਦਿਆਂ ਹੋਇਆ ਜਿੱਥੇ ਗੁਰਬਾਣੀ ਦਾ ਅਸੀਂ ਪ੍ਰਚਾਰ ਔਰ ਪ੍ਰਸਾਰ ਕਰਨਾ ਹੈ, ਉੱਥੇ ਸਾਡੀ ਆਪਣੀ ਜੀਵਨ ਸ਼ੈਲੀ ਵੀ ਬਹੁਤ ਇੰਪੋਰਟੈਂਟ ਹੈ। ਆਪਣੇ ਆਪ ਨੂੰ ਵੀ ਇਸ ਕਾਬਿਲ ਬਣਾਈਏ ਤਾਂ ਕਿ, ਕਿਉਂਕਿ ਗੁਰਬਾਣੀ ਬਹੁਤ ਉੱਚਾ ਔਰ ਸੁੱਚੀ ਚੀਜ਼ ਹੈ, ਉਸ ਲਈ ਭਾਂਡਾ ਵੀ ਬਹੁਤ ਸੁੱਚਾ ਚਾਹੀਦਾ ਹੈ। ਜਦ ਤੱਕ ਉਹ ਸੁੱਚੀ ਚੀਜ਼ ਪਵਿੱਤਰ ਭਾਂਡੇ ਵਿੱਚ ਨਹੀਂ ਪਏਗੀ, ਉਹ ਅਗਲਾ ਐਕਸੈਪਟ ਨਹੀਂ ਕਰੇਗਾ।
ਸੋ ਬੇਨਤੀ ਹੈ ਵੀ ਆਪਣੀ ਜੀਵਨ ਸ਼ੈਲੀ ਨੂੰ ਵੀ ਅਸੀਂ ਉੱਚਾ ਚੱਕੀਏ, ਆਪਣੇ ਕਿਰਦਾਰ ਨੂੰ ਵੀ ਉੱਚਾ ਚੱਕੀਏ, ਔਰ ਬੇਸਿਕਲੀ ਜਿਹੜੀ ਸੰਗੀਤਕ ਨੌਲੇਜ ਹੈ, ਕੱਲੀ ਟਿਊਨਾਂ ਨਾ ਗਾਈਏ ਅਸੀਂ ਜੀ ਦੂਸਰੇ ਵੱਲ ਦੇਖ ਕੇ, ਔਰ ਕਿਸੇ ਦੀ ਟਿਊਨਾਂ ਪੜ੍ਹ ਕੇ ਅਸੀਂ ਵਧੀਆ ਅਟਰੈਕਟ ਹੋਣਾ ਚੰਗੀ ਗੱਲ ਹੈ ਉਸ ਪਾਸੇ, ਲੇਕਿਨ ਉਸ ਪਾਸੇ ਆਪਣੇ ਆਪ ਨੂੰ ਵੀ ਤੁਸੀਂ ਨਿਖਾਰ ਸਕਦੇ ਹੋ, ਉਸ ਵਿੱਚ ਉਸ ਨੂੰ ਵੀ ਪਰਫੈਕਟ ਕਰਨ ਦੀ ਅੱਜ ਲੋੜ ਹੈ। ਸੋ ਬੇਨਤੀ ਹੈ ਵੀ ਜਿਹੜਾ ਵੀ ਗੁਰੂ ਕਾ ਕੀਰਤਨੀਆ, ਗੁਰੂ ਕਾ ਪਿਆਰਾ ਕੀਰਤਨ ਦੇ ਵਿੱਚ ਆਉਣਾ ਚਾਹੁੰਦਾ ਹੈ, ਬੇਸਿਕਲੀ ਆਪਣੇ ਕਲਾਸੀਕਲ 뮤직 ਦੀ ਨੌਲੇਜ, ਆਪਣਾ ਬੇਸ ਬਹੁਤ ਸਟਰੋਂਗ ਰੱਖੇ, ਬਿਲਕੁਲ ਤਾਂ ਕਿ ਅਸੀਂ ਆਪਣੀ ਕਲਾ ਦੇ ਨਾਲ ਨਾਲ ਗੁਰਬਾਣੀ ਦਾ ਪ੍ਰਚਾਰ ਔਰ ਪ੍ਰਸਾਰ ਵੀ ਕਰ ਸਕੀਏ। ਸੋ ਬੇਨਤੀ ਨੂੰ ਪ੍ਰਵਾਨ ਕਰਨਾ, ਜੇ ਕੋਈ ਵਾਧ ਘਾਟ ਹੋ ਗਈ ਹੋਵੇ, ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਬਚਨ ਕਿਹਾ ਗਿਆ ਹੋਵੇ, ਤਾਂ ਖਿਮਾ ਦਾ ਜਾਚਕ ਹਾਂ, ਆਪਣਾ ਛੋਟਾ ਭਰਾ ਬੱਚਾ ਸਮਝ ਕੇ ਮਾਫੀ ਦਾ ਦੇ ਦੇਣੀ। ਸੋ ਧੰਨਵਾਦੀ ਹਾਂ ਜੀ ਭਾਈ ਸਾਹਿਬ ਜੀ ਦੇ, ਜਿਨ੍ਹਾਂ ਨੇ ਆਪਣੇ ਪਿਤਾ ਜੀ ਭਾਈ ਅਜੀਤ ਸਿੰਘ ਜੀ ਬਾਰੇ, ਜਲੰਧਰ ਵਾਲੇ, ਤੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਸੰਗਤਾਂ ਨੂੰ, ਤੇ ਆਪਣੇ ਬਾਰੇ ਵੀ ਚਾਨਣਾ ਪਾਇਆ। ਅਸੀਂ ਬਹੁਤ ਧੰਨਵਾਦੀ ਹਾਂ ਭਾਈ ਸਾਹਿਬ ਜੀ ਹੋਣਾ ਬਾਰੇ। ਤੇ ਲਾਸਟ ਵਿੱਚ ਭਾਈ ਸਾਹਿਬ ਜੀ ਸਾਡੇ ਇਸ YouTube ਚੈਨਲ ਬਾਰੇ ਤੁਸੀਂ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਉਹ ਪਲੀਜ਼ ਤੁਸੀਂ। ਜਿਤਨੇ ਵੀ ਮੇਰੇ ਗੁਰਸਿੱਖ ਵੀਰ, ਮੇਰੇ ਭਰਾ ਔਰ ਕੀਰਤਨੀਏ ਸਿੰਘ, ਖਾਸ ਕਰਕੇ ਗੁਰੂ ਨਾਲ ਪਿਆਰ ਰੱਖਣ ਵਾਲੇ ਜੋ ਵੀਰ ਨੇ, ਉਹਨਾਂ ਨੂੰ ਹੱਥ ਜੋੜ ਬੇਨਤੀ ਹੈ, ਮੇਰੇ ਵੱਲੋਂ ਸਨਿਮਰ ਬੇਨਤੀ ਹੈ ਵੀ ਇਹ ਬਹੁਤ ਵੱਡਾ ਕਾਰਜ ਹੈ। ਜੋ ਅਣਗੌਲੇ ਰਹਿ ਗਏ ਨੇ, ਜੋ ਅਜੇ ਤੱਕ ਲਾਈਮਲਾਈਟ ਵਿੱਚ ਨਹੀਂ ਆ ਸਕੇ ਔਰ ਕੈਪੇਬਲ ਨੇ ਜੀ, ਇਸ ਜੋਗੇ ਨੇ ਵੀ ਉਹਨਾਂ ਨੂੰ ਆਉਣਾ ਚਾਹੀਦਾ। ਸੋ ਇਹ ਵੀਰ ਹੋਣੀ, ਇਹਨਾਂ ਦੀ ਟੀਮ ਟਰੂ ਪ੍ਰਮੋਸ਼ਨ YouTube ਚੈਨਲ ਥਰੂ ਬਹੁਤ ਹੀ ਇੱਕ ਵੱਡਾ ਔਰ ਸ਼ਲਾਘਾਯੋਗ ਕਦਮ ਹੈ ਇਹਨਾਂ ਦਾ, ਜੋ ਇਹ ਐਸੇ ਗੁਣੀ ਬੰਦਿਆਂ ਨੂੰ ਲੱਭ ਕੇ ਉਹਨਾਂ ਦੀ ਪ੍ਰਮੋਸ਼ਨ ਜਾਂ ਉਹਨਾਂ ਨੂੰ ਲਾਈਮਲਾਈਟ ਦੇ ਵਿੱਚ ਲਿਆ ਰਹੇ ਨੇ। ਸੋ ਆਪ ਸਮੂਹ ਵੀਰਾਂ ਔਰ ਭੈਣਾਂ ਗੁਰਸਿੱਖਾਂ ਦੇ ਸਹਿਯੋਗ ਦੀ ਪੂਰਨ ਲੋੜ ਹੈ, ਔਰ ਉਮੀਦ ਕਰਾਂਗਾ ਵੀ ਆਪ ਪੂਰਨ ਸਹਿਯੋਗ ਦਿਓਗੇ ਔਰ ਇਸ ਵੀਰ ਨੂੰ ਕਾਮਯਾਬ ਕਰੋਗੇ, ਜੋ ਇਹ ਮਿਸ਼ਨ ਲੈ ਕੇ ਚੱਲਿਆ ਹੈ ਵੀ ਮੈਂ ਕਈ ਗੁਰਸਿੱਖ ਜੋ ਅਜੇ ਤੱਕ ਲਾਈਮਲਾਈਟਸ ਨਹੀਂ ਆਏ, ਉਹਨਾਂ ਨੂੰ ਮੈਂ ਲਿਆਣਾ ਹੈ। ਸੋ ਇਸ ਸੋਚ, ਵੀਰ ਦੀ ਸੋਚ ਨੂੰ ਸਲਾਮ ਹੈ, ਨਮਸਕਾਰ ਹੈ ਇਸ ਪੂਰੀ ਟੀਮ ਨੂੰ, ਔਰ ਗੁਰੂ ਸਾਹਿਬ ਕਿਰਪਾ ਕਰਨ ਇਸ ਮਿਸ਼ਨ ਨੂੰ, ਇਹਨਾਂ ਦੇ ਨੂੰ ਗੁਰੂ ਸਾਹਿਬ ਆਪ ਅੰਗ ਸੰਗ ਹੋ ਕੇ ਸਹਾਈ ਕਰਵਾਉਣ। ਆਪ ਗੁਰਸਿੱਖਾਂ ਨੂੰ ਪੂਰਨ ਸਹਿਯੋਗ ਦੀ ਜੋ ਅਪੀਲ ਹੈ, ਆਪ ਕਿਰਪਾ ਕਰਿਓ ਔਰ ਵੀਰ ਨੂੰ ਪੂਰਨ ਸਹਿਯੋਗ ਦੇਣ ਦੀ ਖੇਚਲ ਕਰਿਓ ਜੀ। ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ। ਲਾਸਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।